ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸਕ। ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਹਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸੁੰਦਰ ਸਤਿਗੁਰ ਕੀ ਕਥਾ, ਗੁਣ ਮੰਦਰ ਸੁਖ ਕੰਦ। ਵਰਨਨ ਤਿਸ ਕੋ ਅਬ ਕਰੂੰ, ਹੋਵਹਿ ਬਿਗਨ ਨਿਕੰਦ। ਸੁੰਦਰ ਸਤਿਗੁਰ ਕੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਸਾਗਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਇਹ ਪਵਿੱਤਰ ਸਤਸੰਗਤ ਦਾ ਸੁਭਾਗ ਸਮਾਂ ਸਵਾਸਾਂ ਦੇ ਸਫਲ ਕਰਨ ਨੂੰ
ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅੰਮ੍ਰਿਤ ਜਸ ਦੀ ਕਥਾ ਜੋ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਚੂੜਾਮਣ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਚਾਰਨ ਕੀਤੀ ਹੈ। ਤਿਸ ਦੀ ਆਰੰਭਤਾ ਵਿੱਚ ਸਤਿਗੁਰਾਂ ਜੀ ਦੇ ਪਵਿੱਤਰ ਚਰਨਾਂ ਨੂੰ ਮਨਾਉਂਦਿਆਂ ਹੋਇਆਂ ਕਵੀਰਾਜ ਜੀ ਨੇ ਮੰਗਲਾਚਰਨ ਕੀਤੇ, ਨਾਮ ਦੀ ਮਹਿਮਾ ਕਥਨ ਕੀਤੀ। ਇਹ ਦਰਸਾਇਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਗੁਰਮੰਤਰ ਸਭ ਤੋਂ ਵਧੇਕ ਹੈ। ਐਸੇ ਸ਼ਕਤੀਸ਼ਾਲੀ ਮੰਤਰ ਨੂੰ ਕਿਉਂ ਮਨੋਂ ਵਿਸਾਰੀਏ, ਸਦਾ ਹੀ ਚੇਤੇ ਰੱਖੀਏ। ਦੋਹਾਂ ਲੋਕਾਂ ਵਿੱਚ ਸੁਖਦਾਈ ਹੈ ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਵਾਹਿਗੁਰੂ ਮੰਤਰ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਨਾਮ ਦੀ ਵਡਿਆਈ ਕਰਦਿਆਂ ਹੁਣ ਕਵੀਰਾਜ ਜੀ ਕਥਾ ਦੀ ਆਰੰਭਤਾ ਕਰਦੇ ਹੈ। ਮੰਗਲ ਜਦੋਂ ਇਤੀ ਹੋਏ ਹਨ, ਫਿਰ ਕਥਾ ਦੀ ਆਰੰਭਤਾ ਵਿੱਚ ਜੋਦੜੀਆਂ ਕਰਦੇ ਹੋਏ ਜਿਵੇਂ ਕਥਾ ਆਰੰਭ ਕਰਦੇ ਆ ਕਵੀਰਾਜ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁੰਦਰ ਸਤਿਗੁਰ ਕੀ ਕਥਾ। ਸੱਚੇ ਪਾਤਸ਼ਾਹ ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਸੁੰਦਰ ਹੈ ਕਥਾ ਜਸ ਦੀ, ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਗੁਣ ਮੰਦਰ ਸੁਖ ਕੰਦ। ਕਹਿੰਦੇ ਨੇ ਗੁਣਾਂ ਦਾ ਘਰ ਹੈ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਅਤੇ ਸੁਖ ਫਲ ਨੂੰ ਦੇਣ ਵਾਲੀ ਹੈ। ਆਤਮਿਕ ਆਨੰਦ ਦੇ ਫਲ ਨੂੰ, ਐਸਾ ਜਿਹੜਾ ਸੁਖ ਹੈ ਹਿਰਦੇ ਦੇ ਅੰਦਰ, ਇਹ ਬਖਸ਼ਣ ਵਾਲੀ ਹੈ। ਸੰਸਾਰ ਦੇ ਸੁੱਖ ਤਾਂ ਛਿਨ ਭੰਗਰ ਨਾਸ਼ ਹੋ ਜਾਣ ਵਾਲੇ ਹੈ, ਪਰ ਐਸਾ ਸਦੀਵੀ ਸੁੱਖ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜਸ ਦੀ ਕਥਾ ਨੂੰ ਸੁਣ ਕਰਕੇ ਪ੍ਰਾਪਤ ਹੁੰਦਾ ਹੈ, ਜਿਹੜਾ ਸੁੱਖ ਕਦੇ ਫਿਰ ਭੰਗ ਨਹੀਂ ਹੁੰਦਾ, ਨਾਸ਼ ਨਹੀਂ ਹੁੰਦਾ। ਗੁਣਾਂ ਦਾ ਘਰ ਹੈ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਅਤੇ ਆਤਮਿਕ ਆਨੰਦ ਦੇ ਸੁੱਖ ਨੂੰ ਦੇਣ ਵਾਲੀ ਹੈ। ਵਰਣਨ ਤਿਸ ਕੋ ਅਬ ਕਰੋ। ਕਵੀਰਾਜ ਕਹਿੰਦੇ ਸਤਿਗੁਰਾਂ ਜੀ ਦੇ ਪਵਿੱਤਰ ਜੀਵਨ ਦੀ ਕਥਾ ਨੂੰ ਹੁਣ ਅਸੀਂ ਵਰਣਨ ਕਰਦੇ ਹਾਂ। ਹੋਵੇ ਬਿਗਨ ਨਿਕੰਦ। ਸਾਰੇ ਹੀ ਬਿਗਨ ਜਿਹੜੇ ਆ ਉਹ ਨਾਸ਼ ਹੋ ਜਾਣ, ਸਾਰੇ ਹੀ ਬਿਗਨ ਮਹਾਰਾਜ ਕੱਟੇ ਜਾਣ, ਆਪ ਕਿਰਪਾ ਕਰੋ। ਸ੍ਰੀ ਨਾਨਕ ਸੋ ਪ੍ਰਕਾਸ਼ ਮੈਂ। ਕਹਿੰਦੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਕਹੋ ਕਥਾ ਇਹ ਆਦ। ਆਦ ਵਿੱਚ ਕਹਿੰਦੇ ਆ ਆਰੰਭ ਵਿੱਚ ਮੈਂ ਇਹ ਕਥਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਹਾਂਗਾ। ਅੰਗਦ ਬਾਲੇ ਕੋ ਮਿਲਨ। ਫਿਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਵੇਂ ਭਾਈ ਬਾਲਾ ਜੀ ਨਾਲ ਮਿਲਾਪ ਹੁੰਦਾ ਹੈ, ਹਜ਼ੂਰ ਦੇ ਦਰਸ਼ਨ ਕਰਨ ਲਈ ਭਾਈ ਬਾਲਾ ਜੀ ਜਿਵੇਂ ਚੱਲ ਕਰਕੇ ਆਉਂਦੇ ਹੈ, ਭਾਈ ਬਾਲਾ ਜੀ ਦਾ ਜਿਵੇਂ ਮੇਲ ਹੁੰਦਾ ਏ। ਪੁਨ ਤਿਨ ਕੋ ਸੰਵਾਦ। ਫਿਰ ਸੱਚੇ ਪਾਤਸ਼ਾਹ ਜੀ ਨਾਲ ਜੋ ਭਾਈ ਬਾਲਾ ਜੀ ਦੇ ਬਚਨ ਬਲਾਸ ਹੁੰਦੇ ਹੈ, ਉੱਥੇ ਜੋ ਸੰਵਾਦ ਭਾਵ ਜੋ ਗੱਲਬਾਤ ਹੁੰਦੀ ਹੈ, ਉਹ ਸਾਰੇ ਬਚਨ ਬਲਾਸ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਅਸੀਂ ਕਹਾਂਗੇ। ਚਾਉ ਪਈ ਪੁਨ ਸ੍ਰੀ ਨਾਨਕ ਜਨਮ ਸੁਹਾਵਾ। ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਦੀ ਜਿਹੜੀ ਸੋਹਣੀ ਕਥਾ ਹੈ ਉਹ ਕਹਾਂਗੇ। ਸ਼ੇਸ਼ ਲੀਲਾ ਬਹੁ ਨਰਨ ਦਿਖਾਵਾ। ਜਿਹੜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਲਕ ਲੀਲਾ ਕੀਤੀ ਹੈ, ਹਜ਼ੂਰ ਨੇ
ਨਨਕਾਣਾ ਸਾਹਿਬ ਦੀ ਧਰਤੀ ਤੇ ਬਹੁਤ ਜੀਆਂ ਨੂੰ ਸੱਚੇ ਪਾਤਸ਼ਾਹ ਨੇ ਬਾਲ ਲੀਲਾ ਦੇ ਕੌਤਕ ਹਜੂਰ ਨੇ ਜੋ ਦਿਖਾਏ ਹੈ। ਬੇਅੰਤ ਕੌਤਕ ਨੇ ਸੱਚੇ ਪਾਤਸ਼ਾਹ ਜੀ ਦੇ ਬਾਲਕ ਅਵਸਥਾ ਦੇ। ਬਹੁਤ ਪਿਆਰ ਨਾਲ ਕਵਿਰਾਜ ਜੀ ਨੇ ਕਥਾ ਵਿੱਚ ਸਾਰੇ ਕਥਨ ਕੀਤੇ ਹੈ। ਬਹੁਤੇ ਲੋਕਾਂ ਨੂੰ, ਬਹੁਤੇ ਜੀਆਂ ਨੂੰ ਸਤਿਗੁਰਾਂ ਜੀ ਨੇ ਜੋ ਬਾਲ ਲੀਲਾ ਕਰਕੇ ਵਿਖਾਈ ਹੈ। ਕਹੋ ਕਥਾ ਕੀਏ ਮੋਦੀ ਖਾਨਾ। ਫਿਰ ਉਹ ਕਥਾ ਕਹਾਂਗੇ। ਕਵਿਰਾਜ ਕਹਿੰਦੇ ਜਦੋਂ ਸਤਿਗੁਰਾਂ ਜੀ ਨੇ ਫਿਰ ਮੋਦੀ ਖਾਨਾ ਸੁਲਤਾਨਪੁਰ ਲੋਧੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਕਰਨਾ ਕੀਤਾ। 13 ਤੋਲ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਗਰੀਬੀ ਰੋੜ ਦਿੱਤੀ। ਤੇਹ ਤਜ ਦੇਸ਼ ਬਿਲੋਕੇ ਨਾਨਾ। ਫਿਰ ਮੋਦੀ ਖਾਨਾ ਤਿਆਗ ਕੇ ਸੱਚੇ ਪਾਤਸ਼ਾਹ ਜੀ ਨੇ ਨਾਨਾ ਪ੍ਰਕਾਰ ਦੇ ਦੇਸ਼ਾਂ ਦਾ ਸਤਿਗੁਰਾਂ ਜੀ ਨੇ ਰਟਨ ਕੀਤਾ। ਨਵਾਂ ਖੰਡਾਂ ਦੀ ਪ੍ਰਿਥਵੀ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਰਨ ਪਾਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇਸ਼ਾਂ ਦੇਸ਼ਾਂਤਰਾਂ ਵਿੱਚ ਸਤਿਗੁਰੂ ਜੀ ਵਿਚਰੇ ਉਹ ਸਾਰੀ ਕਥਾ ਕਵਿਰਾਜ ਜੀ ਕਹਿੰਦੇ ਕਹਾਂਗੇ। ਜਹ ਤਹ ਸਿੱਖੀ ਰੀਤ ਚਲਾਈ। ਜਿੱਥੇ ਕਿਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਖੀ ਦੀ ਰੀਤ, ਸਿੱਖੀ ਦੀ ਮਰਿਆਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਚਲਾਉਣਾ ਕੀਤੀ। ਪੁਰ ਕਰਤਾਰ ਬਸੇ ਪੁਨ ਆਈ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਸਾਰੇ ਸੰਸਾਰ ਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਨਵਾਂ ਖੰਡਾਂ ਦੀ ਪ੍ਰਿਥਵੀ ਦਾ ਰਟਨ ਕਰਕੇ ਫਿਰ ਹਜੂਰ ਕਰਤਾਰਪੁਰ ਸਾਹਿਬ ਆ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਵਸਾਉਣਾ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਆ ਕਰਕੇ ਜਿਸ ਤਰ੍ਹਾਂ ਵਸੇ। ਸਿੱਖੀ ਪਰਖੀ ਸਿੱਖਣ ਕੀ ਜਬ। ਜਦੋਂ ਫਿਰ ਮਹਾਰਾਜ ਜੀ ਨੇ ਸਿੱਖਾਂ ਦੀ ਸਿੱਖੀ ਨੂੰ ਪਰਖਣਾ ਕੀਤਾ। 24,000 ਸਿੱਖ ਸੀ ਉਸ ਸਮੇਂ। ਜਨਮ ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਪਰਖੀ ਸੀਗੀ ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਧਾਨਕ ਰੂਪ ਰਹਾ ਕਰਤਾਰ। ਮਹਾਰਾਜ ਬੜਾ ਡਰਾਉਣਾ ਭੇਖ ਸਤਿਗੁਰਾਂ ਜੀ ਨੇ ਬਣਾ ਲਿਆ। ਸਾਰਾ ਕੁਝ ਕਵਿਰਾਜ ਕਥਾ ਵਿੱਚ ਦੱਸਣਗੇ ਉਸ ਜਦੋਂ ਇਹ ਕਥਾ ਆਵੇਗੀ। ਕਹਿੰਦੇ ਨੇ ਕਿਉਂਕਿ ਕ੍ਰਮਵਾਰ ਦੱਸ ਰਹੇ ਹੈ ਕਿ ਕਥਾ ਵਿੱਚ ਅਸੀਂ ਕਿੱਥੋਂ ਆਰੰਭ ਕਰਾਂਗੇ ਤੇ ਕੀ ਹਜੂਰ ਦੇ ਜੀਵਨ ਵਿੱਚ ਜਿਹੜਾ ਹੈ ਉਹ ਅਸੀਂ ਕਥਨ ਕਰਾਂਗੇ। ਕਹਿੰਦੇ ਜਦੋਂ ਕਰਤਾਰਪੁਰ ਸਾਹਿਬ ਵਿੱਚ ਸਿੱਖੀ ਪਰਖੀ ਹੈ ਮਹਾਰਾਜ ਜੀ ਨੇ ਉਹ ਵੀ ਸਾਰਾ ਪ੍ਰਸੰਗ ਕਹਾਂਗੇ। ਸ੍ਰੀ ਅੰਗਦ ਕੋ ਤਖਤ ਦਿਓ ਤਬ। ਕਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰਿਆਈ ਤਖਤ ਜਿਹੜਾ ਸੀ ਦੇਣਾ ਕੀਤਾ। ਅਸ ਗੁਰ ਕੀਰਤ ਕਰਹੁ ਗ੍ਰੰਥੂ। ਐਸੋ ਜਿਹਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ ਦਾ ਜਸ ਦਾ ਜਿਹੜਾ ਪਵਿੱਤਰ ਗ੍ਰੰਥ ਹੈ ਉਹ ਕਵਿਰਾਜ ਕਹਿੰਦੇ ਅਸੀਂ ਕਰਾਂਗੇ, ਬਣਾਵਾਂਗੇ। ਸੁਨ ਸੁਖ ਪਾਵਹਿ ਗੁਰ ਕੇ ਪੰਥੂ। ਜਿਹੜੇ ਸੁਣਨਗੇ ਨਾ ਗੁਰਸਿੱਖ ਉਹ ਸੁਖ ਪਾਉਣਗੇ ਆਤਮਿਕ ਆਨੰਦ ਦਾ। ਗੁਰੂ ਸਾਹਿਬ ਜੀ ਦੇ ਸਿੱਖੀ ਦੇ ਪੰਥ ਰਸਤੇ ਤੇ ਚੱਲਣ ਲਈ ਉਹਨਾਂ ਨੂੰ ਬਹੁਤ ਭਾਰੀ ਜਿਹੜਾ ਨਾ ਉਹ ਮਾਰਗ ਦਰਸ਼ਨ ਹੋਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਿੱਖੀ ਦੇ ਰਾਹ ਤੇ ਚੱਲ ਪੈਣਗੇ ਜੀਵ। ਇਹ ਸੁਣ ਕੇ ਕਥਾ ਨੂੰ ਸਿੱਖੀ ਦੇ ਰਾਹ ਤੇ ਚੱਲਣ ਦਾ ਚਾਅ ਪੈਦਾ ਹੋਵੇਗਾ ਤੇ ਸੁਖ ਪਾਉਣਗੇ ਮਹਾਰਾਜ ਦੇ ਸਿੱਖੀ ਦੇ ਰਸਤੇ ਤੇ ਚੱਲਣ ਦਾ। ਗੁਰ ਕੀਰਤ ਸਰਤਾ ਜਿਵ ਬਰਨੀ। ਹੁਣ ਕਵਿਰਾਜ ਕਹਿੰਦੇ ਆ ਗੁਰੂ ਜੀ ਦੀ ਕੀਰਤੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੋ ਪਵਿੱਤਰ ਜਸ ਹੈ ਨਾ ਇਹ ਵਗਦੇ ਦਰਿਆ ਦੀ ਤਰ੍ਹਾਂ ਹੈ ਜਿਹੜਾ ਅਸੀਂ ਮਹਾਰਾਜ ਦਾ ਇਹ ਜਸ ਵਰਣਨ ਕੀਤਾ ਏ। ਮੰਗਲ ਕਰਨ ਅਮੰਗਲ ਹਰਨੀ। ਖੁਸ਼ੀਆਂ ਨੂੰ ਦੇਣ ਵਾਲੀ ਹੈ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜਸ ਦੀ ਕਥਾ ਅਤੇ ਗਮੀਆਂ ਦੇ ਦੁੱਖਾਂ ਦੇ ਅਮੰਗਲਾਂ ਨੂੰ ਨਾਸ਼ ਕਰਨ ਵਾਲੀ ਹੈ। ਦੋਹਰਾ ਭਵ ਬੰਧਨ ਬ੍ਰਿਖ ਕੇ ਸਹਿਤ। ਫਿਰ ਜਦੋਂ ਨਦੀ ਚੱਲਦੀ ਹੈ ਦਰਿਆ ਦਾ ਤੇਜ਼ ਵਹਿਣ ਚੱਲਦਾ ਹੈ ਤਾਂ ਉਸ ਸਮੇਂ ਤੇਜ਼ ਚੱਲਦੇ ਹੋਏ ਵਹਿਣ ਦੇ ਨਾਲ ਜਿਵੇਂ ਰੁੱਖ ਡਿੱਗ ਜਾਂਦੇ ਆ ਕੰਢਿਆਂ ਤੇ ਉੱਗੇ ਹੋਏ ਵੱਡੇ ਵੱਡੇ ਬ੍ਰਿਕਸ਼ ਜਿਹੜੇ ਆ ਉਹ ਵਹਿਣ ਦੇ ਵਿੱਚ ਹੀ ਬਹਿ ਕਰਕੇ ਤੇ ਨਾਲ ਹੀ ਜਿਹੜੇ ਆ ਉਹ ਖਤਮ ਹੋ ਜਾਂਦੇ ਆ, ਸਮਾਪਤ ਹੋ ਜਾਂਦੇ ਆ। ਫਿਰ ਜਿਹੜੇ ਕੰਢੇ ਆ ਉਹ ਵੀ ਢਿੱਗਾਂ ਡਿੱਗਦੀਆਂ ਹਨ ਤੇ ਉਹ ਵੀ ਵਿੱਚੇ ਹੀ ਰੁੜ ਜਾਂਦੀਆਂ ਡਿੱਗਦੀਆਂ ਹੋਈਆਂ ਢਿੱਗਾਂ ਵੀ। ਇੱਥੇ ਜਿਹੜੇ ਆ ਉਹ ਰੁੱਖ ਕਿਹੜੇ ਆ ਤੇ ਕੰਢੇ ਕਿਹੜੇ ਹਨ ਉਹ ਕਵਿਰਾਜ ਹੁਣ ਦੱਸਦੇ ਹੋਏ
ਜਿਹੜਾ ਹੈ ਉਹ ਪ੍ਰਮਾਣ ਦੇ ਰਹੇ ਹਨ। ਭਰਮ ਵਿਮੁਖਤਾ ਕੂਲ ਪਿਛਲੀ ਪੰਕਤੀ ਪੜੋ। ਭਵ ਬੰਧਨ ਬ੍ਰਿਖ ਕੇ ਸਹਿਤ ਜਿਹੜੇ ਭਵ ਬੰਧਨ ਸੰਸਾਰ ਦੇ, ਭਵ ਕਹਿੰਦੇ ਸੰਸਾਰ ਨੂੰ, ਜਿਹੜੇ ਸੰਸਾਰ ਦੇ ਬੰਧਨ ਹਨ ਨਾ, ਇਹ ਤਾਂ ਰੁੱਖਾਂ ਦੀ ਨਿਆਈ ਹਨ। ਸੰਸਾਰ ਦੇ ਪਏ ਹੋਏ ਜੀਆਂ ਨੂੰ ਕਰਤਾ ਭੁਗਤਾ ਹੰਗਤਾ ਮਮਤਾ ਦੇ ਜਿਹੜੇ ਬੰਧਨ ਨੇ, ਮੋਹ ਮਮਤਾ ਦੇ ਜਿਹੜੇ ਸਾਰੇ ਬੰਧਨ ਹਨ, ਇਹ ਤਾਂ ਬ੍ਰਿਖਸ਼ਾਂ ਦੀ, ਰੁੱਖਾਂ ਦੀ ਨਿਆਈ ਹਨ। ਭਰਮ ਵਿਮੁਖਤਾ ਕੂਲ ਤੇ ਫਿਰ ਇੱਕ ਕੰਡਾ ਭਰਮ ਦਾ ਹੈ ਤੇ ਦੂਸਰਾ ਬੇਮੁਖਤਾਈ ਦਾ ਹੈ। ਇਹ ਦੋ ਕੂਲ ਕੰਡੇ ਹਨ। ਜਦੋਂ ਦਰਿਆ ਵਗਦਾ ਫਿਰ ਕੀ ਹੁੰਦਾ ਹੈ, ਦੱਸਦੇ ਹਨ ਕਵੀਰਾਜ। ਕਹਿਨ ਸੁਨਨ ਪ੍ਰਵਾਹਿਤ ਇਹਦੀ ਤੁਗਿਆਨੀ ਕਿਹੜੀ ਹੈ ਗੁਰੂ ਜੀ ਦੇ ਜਸ ਰੂਪੀ ਦਰਿਆ ਦੀ। ਕਹਿੰਦੇ ਜਿਹੜਾ ਸਤਿਗੁਰਾਂ ਜੀ ਦਾ ਜਸ ਕਹਿਣਾ ਅਤੇ ਪ੍ਰੀਤ ਲਾ ਕਰਕੇ ਕੰਨਾਂ ਨਾਲ ਸੁਣਨਾ, ਇਹ ਕਹਿੰਦੇ ਪ੍ਰਵਾਹ ਹੈ, ਇਹ ਤੁਗਿਆਨੀ ਹੈ। ਕਥਾ ਦੇ ਕਰਨ ਨਾਲ ਹਿਰਦੇ ਦੇ ਅੰਦਰ ਪਿਆਰ ਉਮਗ ਆਵੇ। ਸੱਚੇ ਪਾਤਸ਼ਾਹ ਜੀ ਦਾ ਜਸ ਸੁਣ ਕੇ ਸਰੋਤੇ ਦਾ ਮਨ ਬੈਰਾਗ ਵਿੱਚ ਚਲਿਆ ਜਾਵੇ। ਹਜ਼ੂਰ ਦੇ ਦਰਸ਼ਨ ਪਾ ਕੇ ਸਰੋਤਾ ਨਿਹਾਲ ਹੋਵੇ। ਬਖਤਾ ਸਤਿਗੁਰਾਂ ਜੀ ਦੀ ਕਥਾ ਕਰਦਿਆਂ ਹੋਇਆਂ ਉਸ ਦੇਸ਼ ਕਾਲ ਵਿੱਚ ਹੀ ਪਹੁੰਚ ਜਾਵੇ ਕਿ ਹਜ਼ੂਰ ਦਾ ਸਪਰਸ਼ ਹੀ ਮਿਲ ਜਾਵੇ। ਤੇ ਇਹ ਪ੍ਰਵਾਹ ਹੈ, ਇਹ ਤੁਗਿਆਨੀ ਹੈ ਗੁਰੂ ਜੀ ਦੇ ਜਸ ਦੀ ਕਥਾ ਦਾ ਜਿਹੜਾ ਦਰਿਆ ਹੈ। ਕਹਿਣਾ ਪਿਆਰ ਨਾਲ, ਕਥਾ ਕਰਨੀ ਪਿਆਰ ਨਾਲ, ਤੇ ਪਿਆਰ ਨਾਲ ਸਰੋਤੇ ਬਣ ਕਰਕੇ ਸੁਣਨੀ। ਇਹ ਨਹੀਂ ਕਿ ਨਾਲ ਕੰਮ ਵੀ ਕਰੀ ਜਾਓ ਤੇ ਹੋਰ ਪਾਸੇ ਚਿੱਤ ਲਾ ਕਰਕੇ ਕਿ ਮੈਂ ਕਥਾ ਸੁਣੀ ਹੈ। ਇਸ ਤਰ੍ਹਾਂ ਨਹੀਂ ਕਥਾ ਸੁਣੀ ਜਾਂਦੀ। ਪਿਆਰ ਦਾ ਪ੍ਰਵਾਹ ਹੈ ਸੱਚੇ ਪਾਤਸ਼ਾਹ ਜੀ ਦੇ ਜਸ ਦਾ ਦਰਿਆ। ਕਵੀਰਾਜ ਕਹਿੰਦੇ ਆ ਕਹਿਣ ਤੇ ਸੁਣਨ ਨਾਲ ਇਹ ਅੰਦਰ ਜਿਹੜਾ ਹੈ ਬੜੀ ਤੁਗਿਆਨੀ ਨਾਲ ਚੱਲਦਾ ਏ। ਢਾਹੇ ਉਖਾਰੇ ਮੂਲ ਫਿਰ ਜਦੋਂ ਇੰਨੀ ਉਹਦੀਆਂ ਆਬਸ਼ਾਵਾਂ ਜਿਹੜੀਆਂ ਹਨ ਉਹ ਫਿਰ ਉੱਠਦੀਆਂ ਜਦੋਂ ਛੱਲਾਂ ਤੇ ਢਿੱਗਾਂ ਡਿੱਗਦੀਆਂ ਹਨ ਕੰਡਿਆਂ ਤੋਂ। ਤੇ ਜਦੋਂ ਢਿੱਗਾਂ ਡਿੱਗਦੀਆਂ ਫਿਰ ਰੁੱਖ ਵੀ ਵਿੱਚੇ ਡਿੱਗ ਕੇ ਨਾਲ ਹੀ ਵਹਿ ਜਾਂਦੇ ਹਨ। ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਦੇ ਜਸ ਦਾ ਦਰਿਆ ਅੰਦਰ ਚੱਲਦਾ ਹੈ, ਪ੍ਰੇਮ ਦਾ ਵੇਗ ਅੰਦਰ ਜਦੋਂ ਪ੍ਰਗਟ ਹੁੰਦਾ ਹੈ, ਫਿਰ ਜਿਹੜੇ ਸੰਸਾਰ ਦੇ ਬੰਧਨਾਂ ਰੂਪੀ ਰੁੱਖ ਵਾ ਉਹ ਵਿੱਚੇ ਹੀ ਸਾਰੇ ਡਿੱਗ ਕੇ ਸਮਾਪਤ ਹੋ ਜਾਂਦੇ। ਸਭ ਬੰਧਨ ਟੁੱਟ ਜਾਂਦੇ ਹੈ ਜਿਹੜੇ ਸੱਚੇ ਪਾਤਸ਼ਾਹ ਦਾ ਜਸ ਕਹਿੰਦੇ ਐ ਤੇ ਪਿਆਰ ਨਾਲ ਸਰੋਤਾ ਬਣ ਕੇ ਸੁਣਦੇ ਐ। ਇਹ ਢਿੱਗਾਂ ਵੀ ਡਿੱਗ ਜਾਂਦੀਆਂ ਕਿਉਂਕਿ ਭਰਮ ਕਰਕੇ ਹੀ ਬੰਧਨ ਪਏ ਹੋਏ ਐ। ਬੇਮੁਖਤਾਈ ਕਰਕੇ ਹੀ ਜੀਵ ਨੂੰ ਦੁੱਖ ਲੱਗਦੇ ਐ। ਜਦੋਂ ਵਾਹਿਗੁਰੂ ਵੱਲੋਂ ਬਿਰਤੀ ਹੀ ਉਲਟੀ ਰਹਿੰਦੀ ਹੈ, ਮਨ ਜਿਹੜਾ ਭਰਮ ਵਿੱਚ ਪਿਆ ਹੋਇਆ ਪਰਮੇਸ਼ਰ ਦੇ ਸਰੂਪ ਨੂੰ ਨਹੀਂ ਮੰਨਦਾ ਹੈ ਤੇ ਜੀਵ ਜਿਹੜੇ ਆ ਫਿਰ ਬੰਧਨਾਂ ਵਿੱਚ ਪਏ ਹੋਏ ਦੁਖੀ ਹੁੰਦੇ ਆ। ਇਸ ਤਰ੍ਹਾਂ ਕਵੀਰਾਜ ਕਹਿੰਦੇ ਆ ਜਿਹੜਾ ਗੁਰੂ ਜੀ ਦਾ ਜਸ ਕਹਿਣਾ ਅਤੇ ਕੰਨਾਂ ਨਾਲ ਸੁਣਨਾ, ਇਹ ਤੇ ਅੰਦਰ ਪ੍ਰਵਾਹ ਹੈ। ਤੇ ਜਦੋਂ ਪ੍ਰਵਾਹ ਵਗਦਾ ਹੈ ਨਾ ਤੇ ਫਿਰ ਇਹ ਸਾਰੇ ਜਿਹੜੇ ਬੰਧਨਾਂ ਰੂਪੀ ਰੁੱਖ ਉਹ ਵੀ ਵਿੱਚ ਡਿੱਗ ਜਾਂਦੇ ਐ। ਬੇਮੁਖਤਾਈ ਵੀ ਨਾਸ਼ ਹੋ ਜਾਂਦੀ ਹੈ, ਭਰਮ ਵੀ ਸਾਰਾ ਨਾਸ਼ ਹੋ ਜਾਂਦਾ ਹੈ। ਐਸੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਜਸ ਦੀ ਇਹ ਗੰਗਾ। ਚਾਉ ਪਈ ਗੁਰ ਸਿੱਖਨ ਮੱਜਨ ਹੈ ਜੋਗੂ। ਕਹਿੰਦੇ ਗੁਰੂ ਕੇ ਸਿੱਖਾਂ ਦੇ ਮੱਜਨ ਇਸ਼ਨਾਨ ਕਰਨ ਦੇ ਯੋਗ ਹੈ ਜਿਹੜੀ ਸਤਿਗੁਰਾਂ ਦੇ ਜਸ ਦੀ ਗੰਗਾ ਹੈ। ਗੁਰ ਸਿੱਖੀ ਸੁਖ ਆਨੰਦ ਭੋਗੂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਅਤੇ ਸਾਰੇ ਆਨੰਦ, ਇਹ ਸੰਸਾਰ ਦੇ ਪਦਾਰਥ ਵੀ ਭੋਗਣ ਨੂੰ ਜਿਹੜੇ ਆ ਉਹ ਮੁੱਕਦੇ ਨਹੀਂ ਤੇ ਆਤਮਿਕ ਆਨੰਦ ਵੀ ਜਿਹੜਾ ਹੈ ਉਹ ਜੀਆਂ ਨੂੰ ਇਹ ਪ੍ਰਾਪਤ ਕਰਾਉਣ ਵਾਲੀ ਹੈ, ਬਖਸ਼ਿਸ਼ ਕਰਨ ਵਾਲੀ ਹੈ। ਇਸ ਪ੍ਰਕਾਰ ਹੀ ਗੁਰ ਸਿੱਖਨ ਮੱਜਨ ਹੈ ਜੋਗੂ। ਗੁਰੂ ਕੇ ਸਿੱਖਾਂ ਨੂੰ ਮੱਜਨ ਇਸ਼ਨਾਨ ਕਰਨ ਦੇ ਯੋਗ ਹੈ ਇਹ ਸਤਿਗੁਰੂ ਜੀ ਦੇ ਜਸ ਦੀ ਜਿਹੜੀ ਗੰਗਾ ਹੈ। ਗੁਰ ਸਿੱਖੀ ਸੁਖ ਆਨੰਦ ਭੋਗੂ। ਗੁਰੂ ਮਹਾਰਾਜ ਦੀ ਸਿੱਖੀ ਪ੍ਰਾਪਤ ਹੁੰਦੀ ਹੈ ਅਤੇ ਆਨੰਦ, ਆਤਮਿਕ ਆਨੰਦ ਅਤੇ ਪਦਾਰਥਾਂ ਦੇ ਭੋਗਣ ਨੂੰ ਸੁਖ ਜਿਹੜੇ ਆ ਉਹ ਪ੍ਰਾਪਤ ਹੁੰਦੇ ਆ। ਸੁਖ ਭੋਗ ਮੁੱਕਦੇ ਹੀ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਸ ਦੀ ਗੰਗਾ ਵਿੱਚ ਜਿਹੜੇ ਮਨ ਕਰਕੇ ਇਸ਼ਨਾਨ ਕਰਦੇ ਆ। ਨਿੰਦਕ ਜੌਨ ਅਸੂਇਆ ਸਹਿਤੂ। ਕਹਿੰਦੇ ਨੇ ਕਵੀਰਾਜ ਕਿ ਜਿਹੜੇ ਗੁਰੂ ਜੀ ਦੇ ਨਿੰਦਕ ਵੈ ਤੇ ਜਿਹੜੇ ਈਰਖਾ ਦੇ ਸਹਿਤ ਹਨ ਜਿਹੜੇ ਲੋਕ, ਤਿਨਕੇ ਯੋਗ ਨਾ ਇਹ ਦੁਖ ਦਹਿਤੂ। ਉਹਨਾਂ ਦੇ ਯੋਗ ਨਹੀਂ ਇਹ ਇਸ਼ਨਾਨ ਕਰਨ ਨੂੰ ਗੁਰੂ ਜੀ ਦੇ ਜਸ ਦੀ ਗੰਗਾ। ਉਹਨਾਂ ਨੂੰ ਤਾਂ ਦੁੱਖ ਪ੍ਰਾਪਤ ਹੁੰਦਾ ਹੈ
ਉਹਨਾਂ ਦਾ ਤਾਂ ਹਿਰਦਾ ਸੜਦਾ ਹੈ ਸੱਚੇ ਪਾਤਸ਼ਾਹ ਦਾ ਜਸ ਸੁਣ ਸੁਣ ਕਰਕੇ। ਜਿਹੜੇ ਸਤਿਗੁਰੂ ਜੀ ਦੇ ਘਰ ਨਾਲ ਈਰਖਾ ਕਰਦੇ ਐ, ਹਜੂਰ ਦੀ ਨਿੰਦਾ ਕਰਦੇ ਐ, ਕਵੀਰਾਜ ਕਹਿੰਦੇ ਭਾਈ ਨਿੰਦਕਾਂ ਤੇ ਈਰਖਾਲੂਆਂ ਦੇ ਇਸ਼ਨਾਨ ਕਰਨ ਦੇ ਯੋਗ ਨਹੀਂ ਹੈ। ਜੇ ਕਿਤੇ ਉਹ ਗੁਰੂ ਜੀ ਦਾ ਜਸ ਸੁਣ ਲੈਣ ਤੇ ਮਨ ਸੜ ਜੇਗਾ ਉਹਨਾਂ ਦਾ ਸਗੋਂ। ਇਸ ਪ੍ਰਕਾਰ ਕਹਿੰਦੇ ਜਿਹੜੇ ਨਿੰਦਕ ਲੋਕ ਵੈ ਤੇ ਈਰਖਾਲੂ ਲੋਕ ਵਨ, ਉਹਨਾਂ ਨੂੰ ਇਹ ਦੁੱਖ ਦੇਣ ਵਾਲੀ ਹੈ। ਹਿਰਦਾ ਉਹਨਾਂ ਦਾ ਸੜਦਾ ਹੈ ਸਤਿਗੁਰਾਂ ਦਾ ਜਸ ਸੁਣ ਕਰਕੇ। ਸ਼ਰੁਤ ਦਰ ਸੋ ਚੱਲ ਕੈ ਸੋ ਪ੍ਰਵਾਹੂ। ਕਹਿੰਦੇ ਜਿਵੇਂ ਨਦੀ ਤਾਂ ਦਰਿਆ ਜਿਹੜੇ ਆ ਉਹ ਚੱਲਦੇ ਹੋਏ ਫਿਰ ਸਮੁੰਦਰ ਵਿੱਚ ਸਮਾ ਜਾਂਦੇ ਆ। ਕਵੀਰਾਜ ਜਿਹੜੀ ਗੁਰੂ ਜੀ ਦੇ ਜਸ ਦੀ ਗੰਗਾ ਹੈ ਇਹ ਫਿਰ ਸਮਾਉਂਦੀ ਕਿੱਥੇ ਜਾ ਕਰਕੇ ਹੈ? ਤੋ ਕਵੀਰਾਜ ਫਰਮਾਉਂਦੇ ਹਨ ਔਰ ਸਰੁਤ ਦਰ ਸੋ ਚੱਲ ਕੈ ਸੋ ਪ੍ਰਵਾਹੂ। ਸਰੁਤ ਦਰ ਕੰਨਾਂ ਦੇ ਦਰ ਰਾਹੀਂ, ਕੰਨਾਂ ਦੇ ਦਰਵਾਜ਼ਿਆਂ ਰਾਹੀਂ ਚੱਲ ਕਰਕੇ ਇਹ ਜਿਹੜਾ ਸੱਚੇ ਪਾਤਸ਼ਾਹ ਜੀ ਦੇ ਜਸ ਦੀ ਕਥਾ ਦੀ ਗੰਗਾ ਦਾ ਜੋ ਪ੍ਰਵਾਹ ਹੈ। ਔਰ ਸਾਗਰ ਮਹਿ ਸਥਿਤ ਆਹੂ। ਤੇ ਇਹ ਹਿਰਦੇ ਰੂਪੀ ਸਾਗਰ ਦੇ ਅੰਦਰ ਜਿਹੜੀ ਹੈ ਨਾ ਅਸਥਿਤੀ ਪਾ ਲੈਂਦੀ ਹੈ, ਟਿਕ ਜਾਂਦੀ ਹੈ। ਸੱਚੇ ਪਾਤਸ਼ਾਹ ਦੇ ਜਸ ਦੀ ਗੰਗਾ ਹਿਰਦੇ ਰੂਪੀ ਸਾਗਰ ਦੇ ਅੰਦਰ ਜਿਹੜੀ ਹੈ ਆ ਕੇ ਸਮਾ ਜਾਂਦੀ ਹੈ। ਕੰਨਾਂ ਦੇ ਦਰ ਰਾਹੀਂ ਇਹ ਪ੍ਰਵਾਹ ਪ੍ਰੇਮ ਦਾ ਅੰਦਰ ਪ੍ਰਵੇਸ਼ ਕਰਦਾ ਹੈ। ਜਿਹੜੇ ਕੰਨ ਲਾ ਕਰਕੇ ਧਿਆਨ ਲਾ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਸ ਸਰਵਣ ਕਰਦੇ ਹੈ, ਉਹਨਾਂ ਦੇ ਅੰਦਰ ਪ੍ਰਵੇਸ਼ ਕਰਦੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਸ ਦੀ ਗੰਗਾ, ਤੇ ਹਿਰਦੇ ਰੂਪੀ ਸਾਗਰ ਦੇ ਅੰਦਰ ਆ ਕਰਕੇ ਅਸਥਿਤੀ ਪਾ ਲੈਂਦੀ ਹੈ। ਤਬ ਮਤ ਸੁਖਤਾ ਤਿਹ ਪਰ ਤਰਹੀ। ਜਦੋਂ ਜੀਵ ਫਿਰ ਆਪਣੀ ਮਤ ਵਰਤਦਾ ਰਹਿੰਦਾ ਨਾ, ਆਪਣੀ ਅਕਲ ਵਰਤਦਾ ਰਹਿੰਦਾ ਹੈ, ਤੇ ਫਿਰ ਗੁਰੂ ਜੀ ਦੀ ਗੁਰਮਤਿ ਨਹੀਂ ਪ੍ਰਾਪਤ ਹੁੰਦੀ। ਫਿਰ ਕੀ ਹੁੰਦਾ? ਜਦੋਂ ਗੁਰੂ ਜੀ ਦਾ ਜਸ ਰੂਪੀ ਦਰਿਆ ਅੰਦਰ ਆ ਕਰਕੇ ਸਮਾ ਜਾਵੇ ਫਿਰ ਕੀ ਪ੍ਰਾਪਤ ਹੁੰਦਾ ਹੈ? ਕਵੀਰਾਜ ਕਹਿੰਦੇ ਜਿਹੜੀ ਬੁੱਧੀ ਰੂਪੀ ਸਿੱਪੀ ਹੈ ਨਾ ਫਿਰ ਉਸ ਸਾਗਰ ਦੇ ਅੰਦਰ ਜਿਹੜੀ ਉਹ ਤਰਨ ਲੱਗ ਪੈਂਦੀ ਹੈ। ਭਾਵ ਜਿਹੜੀ ਹੈ ਨਾ ਬੁੱਧੀ ਉਹ ਜਾਣ ਲੈਂਦੀ ਹੈ ਕਿ ਸਾਰੇ ਕਾਰਜਾਂ ਨੂੰ ਕਰਨ ਵਾਲੇ ਤਾਂ ਗੁਰੂ ਨਾਨਕ ਸਾਹਿਬ ਜੀ ਆਪ ਹਨ ਸੱਚੇ ਪਾਤਸ਼ਾਹ। ਇਹ ਮਨਾ ਤੂੰ ਆਪਣੀ ਅਕਲ ਨੂੰ ਕਿਉਂ ਬਹੁਤ ਜ਼ਿਆਦਾ ਵੱਡਾ ਸਮਝਦਾ ਰਿਹਾ? ਇਉਂ ਬੁੱਧੀ ਜਿਹੜੀ ਹੈ ਫਿਰ ਪਿਆਰ ਦੇ ਸਾਗਰ ਉੱਪਰ ਸਿੱਪੀ ਦੀ ਤਰ੍ਹਾਂ ਤਰਨ ਲੱਗ ਜਾਂਦੀ ਹੈ। ਪ੍ਰੇਮ ਬੂੰਦ ਕੀ ਲਾਲਸ ਕਰਹੀ। ਫਿਰ ਬੁੱਧੀ ਕਿੱਥੇ ਨਿਰਣਾ ਕਰਦੀ ਰਹਿੰਦੀ ਹੈ ਨਾ, ਫਿਰ ਕੀ ਕਰਦੀ ਹੈ? ਪ੍ਰੇਮ ਬੂੰਦ ਕੀ ਲਾਲਸ ਕਰਹੀ। ਲਾਲਸਾ ਇੱਛਾ ਕਰਦੀ ਹੈ ਬੁੱਧੀ ਪ੍ਰੇਮ ਰੂਪੀ ਸਵਾਂਤੀ ਬੂੰਦ ਵਾਸਤੇ। हे ਸੱਚੇ ਪਾਤਸ਼ਾਹ ਆਪਣਾ ਪਿਆਰ ਬਖਸ਼ ਦਿਓ, ਮਹਾਰਾਜ ਇਹ ਜੀਵਨ ਸਫਲ ਹੋ ਜਾਵੇ। ਗਰੀਬ ਨਵਾਜ ਤਰਸ ਕਰੋ, ਆਪਣੇ ਚਰਨਾਂ ਦੀ ਪ੍ਰੀਤ ਲਾ ਲਓ। ਇਹ ਜਦੋਂ ਬੁੱਧੀ ਰੂਪੀ ਸਿੱਪੀ ਜਿਹੜੀ ਹੈ ਨਾ ਫਿਰ ਇਸ ਪ੍ਰਕਾਰ ਪ੍ਰੇਮ ਰੂਪੀ ਸਵਾਂਤੀ ਬੂੰਦ ਵਾਸਤੇ ਲਾਲਸਾ ਕਰਦੀ ਹੈ, ਇੱਛਾ ਕਰਦੀ ਹੈ। ਕਿਉਂਕਿ ਜਦੋਂ ਸਵਾਂਤੀ ਬੂੰਦ ਆਕਾਸ਼ ਵਿੱਚੋਂ ਡਿੱਗਦੀ ਹੈ ਨਾ, ਜਿਵੇਂ ਬਬੀਹੇ ਦਾ ਪ੍ਰਮਾਣ ਇਵੇਂ ਸਿੱਪੀ ਦਾ ਪ੍ਰਮਾਣ ਇੱਥੇ ਹੁਣ ਕਵੀਰਾਜ ਦੇ ਰਹੇ ਹੈ। ਕਿਉਂਕਿ ਸਿੱਪੀ ਤੇ ਡਿੱਗੇ ਨਾ ਤੇ ਫਿਰ ਇਸ ਪ੍ਰਕਾਰ ਉਹਦਾ ਮੋਤੀ ਬਣ ਜਾਂਦਾ ਹੈ। ਇਉਂ ਕਵੀਰਾਜ ਕਹਿੰਦੇ ਹਨ ਕਿ ਪ੍ਰੇਮ ਦੇ ਸਾਗਰ ਦੇ ਅੰਦਰ, ਵਾਹਿਗੁਰੂ ਹਿਰਦੇ ਰੂਪੀ ਸਾਗਰ ਦੇ ਅੰਦਰ ਜਦੋਂ ਗੁਰੂ ਜੀ ਦੇ ਜਸ ਰੂਪੀ ਗੰਗਾ ਆ ਕਰਕੇ ਅਸਥਿਤੀ ਪਾ ਲੈਂਦੀ ਹੈ ਤੇ ਹਿਰਦੇ ਰੂਪੀ ਸਾਗਰ ਦੇ ਅੰਦਰ ਫਿਰ ਬੁੱਧੀ ਰੂਪੀ ਸਿੱਪੀ ਜਿਹੜੀ ਹੈ ਤਰਨ ਲੱਗ ਪੈਂਦੀ ਹੈ ਤੇ ਪ੍ਰੇਮ ਰੂਪੀ ਸਵਾਂਤੀ ਬੂੰਦ ਦੀ ਫਿਰ ਇੱਛਾ ਕਰਦੀ ਹੈ। ਦੋਹਰਾ ਸਵਾਂਤ ਬੂੰਦ ਜਬ ਪ੍ਰੇਮ ਕੀ। ਜਦੋਂ ਫਿਰ ਪ੍ਰੇਮ ਦੀ ਸਵਾਂਤੀ ਬੂੰਦ ਜੋ ਹੈ ਪਰਸੀ ਤਿਹ ਕੋ ਆਏ। ਜਦੋਂ ਪਰਸਦੀ ਹੈ ਨਾ ਬੁੱਧੀ ਰੂਪੀ ਸਿੱਪੀ ਦੇ ਵਿੱਚ ਆ ਕਰਕੇ ਹੋਏ ਅਡੋਲ ਤਬ ਬੈਸ ਹੀ। ਫਿਰ ਸਿੱਪੀ ਅਡੋਲ ਹੋ ਜਾਂਦੀ ਹੈ, ਡੋਲਦੀ ਨਹੀਂ। ਇਵੇਂ ਫਿਰ ਉਹ ਜੀਵ ਅਡੋਲ ਹੋ ਜਾਂਦੇ ਆ, ਡੋਲਣਾ ਨੱਠਣਾ ਭੱਜਣਾ ਸਭ ਭਟਕਣਾ ਮੁੱਕ ਜਾਂਦੀ ਹੈ, ਅਡੋਲਤਾ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਉਂ ਕਵੀਰਾਜ ਕਹਿੰਦੇ ਫਿਰ ਨਹੀਂ ਡੋਲਦਾ ਉਹ ਜੀਵ ਜਿਹਨੂੰ ਸੱਚੇ ਪਾਤਸ਼ਾਹ ਦੇ ਪ੍ਰੇਮ ਰੂਪੀ ਸਵਾਂਤੀ ਬੂੰਦ ਬੁੱਧੀ ਰੂਪੀ ਸਿੱਪੀ ਵਿੱਚ ਆ ਕਰਕੇ ਪ੍ਰਾਪਤ ਹੋ ਜਾਂਦੀ ਹੈ। ਉੱਥੇ ਫਿਰ ਬ੍ਰਹਮ ਗਿਆਨ ਰੂਪੀ ਮੋਤੀ ਪੈਦਾ ਹੋ ਜਾਂਦਾ ਹੈ। ਨਹਿ ਇਤ ਉਤ ਕੋ ਧਾਹੇ। ਇੱਧਰ ਉੱਧਰ ਨੂੰ ਫਿਰ ਮਨ ਨਹੀਂ ਧਾਉਂਦਾ ਫੁਰਨਿਆਂ ਦੇ ਅੰਦਰ, ਫਿਰ ਫੁਰਨੇ ਮੁੱਕ ਜਾਂਦੇ ਹੈ, ਵਾਹਿਗੁਰੂ ਜੀ ਦੇ ਵਿੱਚ ਸਮਾ ਜਾਂਦਾ ਹੈ ਇਹ ਮਨ।
ਇਕਤਾ ਪਾ ਜਾਂਦਾ ਹੈ। ਜਾਉ ਪਈ ਸਾਖਤ ਖਰ ਨਹਿ ਮੱਜਨ ਕਰਹੀ। ਕਹਿੰਦੇ ਆ ਜਿਵੇਂ ਇਹ ਖੋਤੇ ਹੁੰਦੇ ਆ ਨਾ, ਉਹ ਫਿਰ ਕਹਿੰਦੇ ਪਾਣੀ 'ਚ ਨਹੀਂ ਨਾ ਇਸ਼ਨਾਨ ਕਰਦੇ, ਤੇ ਉਹ ਕੀ ਕਰਦੇ ਆ, ਉਹ ਸਵਾਹ ਵਿੱਚ ਲੇਟਦੇ ਆ। ਇੱਥੇ ਕਵੀਰਾਜ ਕਹਿੰਦੇ ਜਿਹੜੇ ਸਾਕਤ ਵੈ, ਸ਼ਕਤੀ ਦੇ ਉਪਾਸ਼ਕ ਵੈ, ਮਾਇਆ ਦੇ ਉਪਾਸ਼ਕ ਵੈ, ਉਹ ਨਹੀਂ ਇਹਦੇ ਵਿੱਚ ਇਸ਼ਨਾਨ ਕਰਦੇ। ਬੜਾ ਵੇਖ ਲਓ, ਜਿਹੜਾ ਹੈ ਕਹਿ ਲੈਣਾ, ਸੁਣ ਲੈਣਾ, ਪਰ ਜਦੋਂ ਪ੍ਰੇਮ ਨਾਲ ਅੰਦਰ ਪੈਦਾ ਹੋਣਾ, ਉਪਜਣਾ, ਤੇ ਫਿਰ ਕੀ ਹੁੰਦਾ, ਇਸ਼ਨਾਨ ਹੀ ਹੁੰਦਾ ਸੱਚੇ ਪਾਤਸ਼ਾਹ ਜੀ ਦੇ ਜਸ ਰੂਪੀ ਗੰਗਾ ਦੇ ਅੰਦਰ। ਕਵੀਰਾਜ ਕਹਿੰਦੇ ਆ ਕੌਣ ਨਹੀਂ ਇਸ਼ਨਾਨ ਕਰਦੇ ਇਸ ਦੇ ਅੰਦਰ, ਫਰਮਾਉਂਦੇ ਹਨ ਸਾਖਤ ਖਰ ਨਹਿ ਮੱਜਨ ਕਰਹੀ। ਖਰ ਖੋਤੇ ਨੂੰ ਕਹਿੰਦੇ ਆ, ਕਹਿੰਦੇ ਖੋਤਿਆਂ ਦੀ ਨਿਆਈ ਆ, ਗਧਿਆਂ ਦੀ ਨਿਆਈ ਆ। ਉਹ ਸਾਕਤ ਲੋਕ ਸੰਸਾਰ ਦੀ ਵਡਿਆਈ ਤਾਂ ਕਰਦੇ ਰਹਿੰਦੇ ਆ, ਊਟ ਪਟਾਂਗ ਗੱਲਾਂ ਸੁਣਾਉਣੀਆਂ ਉਹ ਤਾਂ ਬੜੀਆਂ ਚੰਗੀਆਂ ਸਮਝਦੇ, ਪਰ ਗੁਰੂ ਜੀ ਦੀਆਂ ਸਾਖੀਆਂ ਨੂੰ ਝੂਠੀਆਂ ਦੱਸਦੇ। ਉਹਨਾਂ ਕੀ ਮੱਜਨ ਇਸ਼ਨਾਨ ਕਰਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੇ ਕੌਤਕਾਂ ਨੂੰ ਕਰਾਮਾਤਾਂ ਦੱਸ ਕੇ ਕਹਿੰਦੇ ਆ ਕਿ ਇਹ ਤਾਂ ਐਵੇਂ ਲਿਖ ਦਿੱਤੀਆਂ ਹਨ। ਐਸੀ ਬਿਰਤੀ ਜਿਹੜੀ ਹੈ ਨਾ, ਉਹ ਗਧਿਆਂ ਵਾਲੀ ਬਣ ਗਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਹੜੀ ਇਹ ਪਵਿੱਤਰ ਜਸ ਦੀ ਗੰਗਾ ਹੈ, ਕਥਾ ਰੂਪੀ ਗੰਗਾ ਹੈ, ਇਹਦੇ ਵਿੱਚ ਕਹਿੰਦੇ ਆ ਉਹ ਖੋਤੇ ਜਿਹੜੇ ਲੋਕ ਆ ਨਾ, ਸਾਕਤ ਲੋਕ, ਉਹ ਸੰਸਾਰ ਦੀ ਵਡਿਆਈ ਕਰਨ ਵਾਲੇ, ਉਹ ਨਹੀਂ ਭਾਈ ਇਹਦੇ ਵਿੱਚ ਇਸ਼ਨਾਨ ਕਰ ਪਾਉਂਦੇ ਹਨ। ਵਿਸ਼ੈ ਠੌਰ ਦੁਰਗੰਧ ਹੈ ਫਿਰਹੀ। ਤੇ ਜਿਹੜੇ ਖੋਤਾ ਸਵਾਹ ਵਿੱਚ ਲੇਟਦਾ ਨਾ, ਕਹਿੰਦੇ ਉਹ ਵਿਸ਼ਿਆਂ ਦੀ ਦੁਰਗੰਧ ਜਿੱਥੋਂ ਆਉਂਦੀ ਹੈ, ਜਿੱਥੋਂ ਵਿਸ਼ੇ ਭੋਗਣ ਨੂੰ ਪ੍ਰਾਪਤ ਹੋਣ, ਜਿੱਥੇ ਗੰਦੀਆਂ ਤਸਵੀਰਾਂ, ਭੈੜੇ ਰੂਪ ਵੇਖਣ ਨੂੰ ਮਿਲਣ, ਉੱਥੇ ਜਾ ਕਰਕੇ ਉਹਨਾਂ ਦਾ ਮਨ ਰੂਪੀ ਗਧਾ ਲੇਟਦਾ ਹੈ। ਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚੋਂ ਤਾਂ ਝੱਟ ਹੀ ਉੱਠ ਕੇ ਭੱਜ ਜਾਂਦੇ ਆ, ਕਥਾ ਰੂਪੀ ਗੰਗਾ 'ਚ ਇਸ਼ਨਾਨ ਨਹੀਂ ਕਰਦੇ। ਇਸ਼ਨਾਨ ਤਾਂ ਇੱਥੇ ਤਾਂ ਹੋਵੇ ਨਾ ਜੋ ਮਹਾਰਾਜ ਨੇ ਕਿਹਾ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਤਾਂ ਇਸ਼ਨਾਨ ਹੁੰਦਾ ਨਾ। ਇਸ਼ਨਾਨ ਤਾਂ ਉਹ ਕਰਦੇ ਹੀ ਨਹੀਂ ਇਸ ਗੰਗਾ ਦੇ ਅੰਦਰ, ਉਹ ਤਾਂ ਉੱਥੇ ਜਾ ਕਰਕੇ ਲੇਟਦੇ ਆ। ਜਿਵੇਂ ਕਬੀਰ ਜੀ ਨੇ ਕਿਹਾ, ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਗੁਰੂ ਜੀ ਦਾ ਚੰਦਨ ਰੂਪੀ ਜਸ ਵਾਏ, ਪਰ ਇਹ ਨਹੀਂ ਚੰਗਾ ਲੱਗਦਾ, ਤੇ ਊਟ ਪਟਾਂਗ ਕਹਾਣੀਆਂ ਹੋਰ ਸੁਣਾਉਣੀਆਂ ਆਪਣੇ ਮਨ ਘੜਤ, ਉਹ ਜਿਹੜੀਆਂ ਹਨ ਉਹ ਸੁਣਾਉਂਦੇ ਐ, ਉਹਨਾਂ ਤੇ ਵਿਸ਼ਵਾਸ ਰੱਖਦੇ ਐ, ਪਰ ਸੱਚੇ ਪਾਤਸ਼ਾਹ ਜੀ ਦਾ ਜਸ ਜਿਹੜਾ ਇਹ ਨਹੀਂ ਇਹਨਾਂ ਨੂੰ ਚੰਗਾ ਲੱਗਦਾ। ਕਵੀਰਾਜ ਕਹਿੰਦੇ ਆ ਭਾਈ, ਜਿੱਥੇ ਵਿਸ਼ਿਆਂ ਵਕਾਰਾਂ ਦੀ ਸਵਾਹ ਹੈ ਨਾ, ਦੁਰਗੰਧੀ ਆਉਂਦੀ ਹੈ ਜਿੱਥੋਂ, ਉੱਥੇ ਜਾ ਕਰਕੇ ਇਹਨਾਂ ਦਾ ਮਨ ਰੂਪੀ ਗਧਾ ਜਿਹੜਾ ਉਹ ਲੇਟਦਾ ਹੈ। ਜਿਉ ਕਿਉ ਤਿਹ ਬਨ ਜਾਏ ਸੰਜੋਗੂ। ਫਿਰ ਕਹਿੰਦੇ ਆ ਜਿਵੇਂ ਵੀ ਕਿਵੇਂ ਕਿਤੇ ਸੰਜੋਗ ਬਣ ਜਾਵੇ ਸਤ ਸੰਗਤ ਵਿੱਚ ਆਉਣ ਦਾ ਐਸੇ ਪੁਰਖ ਦਾ, ਕਿਉਂਕਿ ਕਈ ਵਾਰੀ ਰਿਸ਼ਤੇਦਾਰੀ ਵਿੱਚ ਗਏ ਹੋਏ ਤੇ ਉਹ ਸਤਸੰਗੀ ਹੋਣ, ਉਹ ਹੀ ਨਾਲ ਲੈ ਤੁਰਦੇ ਆ, ਫਿਰ ਨਾ ਤਾਂ ਕਹਿਣ ਜੋਗਾ ਨਹੀਂ, ਚਲੇ ਹੀ ਜਾਂਦਾ ਹੈ। ਜਿਵੇਂ ਵੀ ਕਿਵੇਂ ਕੋਈ ਪ੍ਰੋਗਰਾਮ ਤੇ ਕਿਸੇ ਤੇ ਗਏ, ਉੱਥੇ ਸਤਸੰਗਤ ਕਰਨ ਨੂੰ ਮਿਲਣ ਨੂੰ ਪ੍ਰਾਪਤ ਹੋ ਗਈ। ਕਵੀਰਾਜ ਕਹਿੰਦੇ ਜਿਵੇਂ ਸੁਤੇ ਹੀ ਕਿਤੇ ਜਿਵੇਂ ਕਿਵੇਂ ਕੋਈ ਸੰਜੋਗ ਸਤਸੰਗਤ ਕਰਨ ਦਾ ਜੇ ਕਿਤੇ ਬਣ ਜਾਵੇ, ਐਸੇ ਪੁਰਖ ਨੂੰ ਹੋਤ ਗੁੜਾਕਾ ਤਿੰਨ ਤਨ ਰੋਗੂ। ਉਹਨੇ ਤਨ ਨੂੰ, ਸਰੀਰ ਨੂੰ ਫਿਰ ਗੁੜਾਕਾ, ਨੀਂਦ ਦਾ ਰੋਗ ਚਿੰਬੜ ਜਾਂਦਾ ਹੈ। ਐਉਂ ਸਿਰ ਵੱਜਦਾ ਥੱਲੇ ਨੂੰ ਜਾ ਜਾ ਕਰਕੇ, ਕਿਉਂਕਿ ਮਹਾਰਾਜ ਦਾ ਜਸ ਜਿਹੜਾ ਉਹ ਮਨ ਸੁਣਨਾ ਹੀ ਨਹੀਂ ਚਾਹੁੰਦਾ ਹੈ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਮਨ ਸੁਣਨਾ ਹੀ ਨਹੀਂ ਚਾਹੁੰਦਾ ਹੈ। ਜਿਵੇਂ ਕਿਵੇਂ ਕਰਕੇ ਕਿਤੇ ਸੰਜੋਗ ਬਣ ਜੇ, ਆਪ ਤਾਂ ਉਹ ਉਚੇਚੇ ਚੱਲ ਕੇ ਜਾਂਦੇ ਨਹੀਂ, ਕਿਉਂਕਿ ਪ੍ਰੀਤ ਨਹੀਂ ਨਾ ਹੈ ਸਤ ਸੰਗਤ ਦੇ ਨਾਲ। ਕਥਾ ਸੁਣਨ ਨੂੰ ਪ੍ਰਾਪਤ ਹੋ ਜਾਵੇ ਤਾਂ ਫਿਰ ਸੁਣਦੇ ਹੀ ਨਹੀਂ। ਮਨ ਜਿਹੜਾ ਹੈ ਉਹਨਾਂ ਦਾ ਇਹੋ ਜਿਹਾ ਆਲਸੀ ਹੋ ਜਾਂਦਾ ਹੈ, ਕਥਾ 'ਚ ਬੈਠਿਆਂ ਹੀ ਇੰਨੀ ਨੀਂਦ ਆ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ ਕਥਾ ਹੋਈ ਕੀ ਸੀਗੀ। ਇਉਂ ਕਿਤੇ ਢੋਲ ਆਉਣ ਨੂੰ ਮਿਲ ਜੇ ਤਾਂ ਫਿਰ ਤਾਂ ਮੂੰਹ ਖੋਲ ਕੇ ਸਗੋਂ ਤਾਂ ਨੂੰ ਕਰਕੇ ਅੱਡ ਕੇ ਸੌਂ ਜਾਂਦੇ ਆ, ਪਰਵਾਹ ਹੀ ਨਹੀਂ ਕਰਦੇ ਹਨ। ਇਉਂ ਕਵੀਰਾਜ ਕਹਿੰਦੇ ਉਹਨਾਂ ਦੇ ਤਨ ਸਰੀਰ ਨੂੰ ਭਾਈ ਗੁੜਾਕਾ ਜਿਹੜਾ ਨਾ ਰੋਗ, ਨੀਂਦ ਆ ਕਰਕੇ ਘੇਰ ਲੈਂਦੀ ਹੈ, ਨੀਂਦ ਚਿੰਬੜ ਜਾਂਦੀ ਹੈ। ਸੋਰਠਾ ਸਰਤਾ ਤਟ ਸਤ ਸੰਗ ਪਾਏ। ਹੁਣ ਕਵੀਰਾਜ ਕਹਿੰਦੇ ਹੈ ਕਿ ਜਿਹੜਾ ਸਰਤਾ ਨਦੀ ਦਾ ਕੰਢਾ ਹੁੰਦਾ ਨਾ, ਇਹ ਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਸ ਰੂਪੀ ਦਰਿਆ ਹੈ, ਇਹ ਕਥਾ ਰੂਪੀ ਜੋ ਗੰਗਾ ਹੈ,
ਇਹਦਾ ਘਾਟ ਕਿਹੜਾ, ਕਿਉਂਕਿ ਨਦੀਆਂ ਦੇ ਕੰਢਿਆਂ ਤੇ ਘਾਟ ਬਣੇ ਹੁੰਦੇ ਉਤਰਨ ਲਈ, ਤੇ ਇਹਦਾ ਘਾਟ ਕਿਹੜਾ ਹੈ? ਕਵੀਰਾਜ ਕਹਿੰਦੇ ਸਤ ਸੰਗਤ ਰੂਪੀ ਘਾਟ ਵੈ। ਭਾਈ ਜਿਹਨੂੰ ਸਤ ਸੰਗਤ ਰੂਪੀ ਘਾਟ ਨਹੀਂ ਪ੍ਰਾਪਤ ਹੁੰਦਾ ਹੈ, ਨਾ ਸ਼ਰਵਨ ਇਸ਼ਨਾਨ ਭਾ, ਤੇ ਫਿਰ ਉਹਨੇ ਸਰਵਣ ਕਰਨ ਰੂਪੀ ਇਸ਼ਨਾਨ ਕੀ ਕਰਨਾ ਹੈ? ਜਿਹਨੂੰ ਸਤ ਸੰਗਤ ਰੂਪੀ ਘਾਟ ਹੀ ਨਹੀਂ ਪ੍ਰਾਪਤ ਹੋਇਆ, ਉਹਨੇ ਫਿਰ ਕਥਾ ਦੇ ਸਰਵਣ ਕਰਨ ਰੂਪ ਇਸ਼ਨਾਨ ਕੀ ਕਰਨਾ ਹੈ? ਕਵੀਰਾਜ ਕਹਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਜਸ ਦੀ ਇਹ ਗੰਗਾ ਹੈ, ਇਹ ਨਦੀ ਹੈ, ਇਹ ਦਰਿਆ ਹੈ, ਤੇ ਸਤ ਸੰਗਤ ਰੂਪੀ ਘਾਟ ਹੈ। ਕਿਉਂਕਿ ਸਤ ਸੰਗਤ ਦੇ ਵਿੱਚੋਂ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਸ ਰੂਪੀ ਗੰਗਾ ਵਿੱਚ ਉਤਰਿਆ ਜਾ ਸਕਦਾ ਹੈ। ਇਹਦਾ ਜਿਹੜਾ ਸੁਣਨਾ ਹੈ ਕਥਾ ਦਾ, ਇਹ ਇਸ਼ਨਾਨ ਹੈ। ਕਹਿੰਦੇ ਜਿਹਨੂੰ ਸਤ ਸੰਗਤ ਰੂਪੀ ਘਾਟ ਹੀ ਨਹੀਂ ਪ੍ਰਾਪਤ ਹੋਇਆ, ਉਹਨੇ ਫਿਰ ਸਰਵਣ ਕਰਨ ਰੂਪੀ ਇਸ਼ਨਾਨ ਕਿੱਥੋਂ ਕਰ ਸਕਣਾ ਹੈ? ਗੁਰ ਜਸ ਗੂਢੋ ਰੰਗ ਰੰਗਿਓ ਨਾ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੂੜਾ ਪਿਆਰ ਦਾ ਜਿਹੜਾ ਰੰਗ ਵੈ, ਉਹ ਫਿਰ ਕਿੱਥੋਂ ਚੜ੍ਹਨਾ ਸੀ? ਮਨ ਨੂੰ ਰੰਗ ਜਿਹੜਾ ਸੀ ਨਹੀਂ ਚੜ੍ਹ ਸਕਿਆ। ਮਨ ਦਹਿ ਦਿਸ ਫਿਰਿਓ, ਤੇ ਮਨ ਜਿਹੜਾ ਸੀ ਫਿਰ ਦਸਾਂ ਦਿਸ਼ਾਵਾਂ ਦੇ ਅੰਦਰ ਹੀ ਫਿਰਦਾ ਰਿਹਾ, ਸਾਰੇ ਜਹਾਨ ਦੇ ਹੀ ਫੁਰਨੇ ਕਰੀ ਜਾਣੇ। ਇਉਂ ਕਦੇ ਵੇਖਣਾ ਹੀ ਨਾ ਕਿ ਮੇਰਾ ਮਨ ਰੁਕਦਾ ਕਿ ਨਹੀਂ ਰੁਕਦਾ, ਕਦੇ ਇਸ ਗੱਲ ਤੇ ਖਿਆਲ ਹੀ ਨਹੀਂ ਪ੍ਰਗਟ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਦੋਂ ਜਸ ਨਹੀਂ ਸੁਣਿਆ, ਸਤ ਸੰਗਤ ਰੂਪੀ ਘਾਟ ਨਹੀਂ ਪ੍ਰਾਪਤ ਹੋਇਆ, ਸਰਵਣ ਕਰਨ ਰੂਪੀ ਇਸ਼ਨਾਨ ਨਹੀਂ ਕੀਤਾ, ਤੇ ਫਿਰ ਕੀ ਹਾਲਤ ਹੋਣੀ ਹੈ? ਪਿਆਰ ਦਾ ਰੰਗ ਥੋੜੋ ਚੜ੍ਹਨਾ ਫਿਰ ਮਨ ਨੂੰ ਫਿਰ ਪਿਆਰ ਦਾ ਰੰਗ ਨਹੀਂ ਪ੍ਰਾਪਤ ਹੁੰਦਾ। ਜਿਹੜਾ ਹੈ ਪਿਆਰ ਦੇ ਗੂੜੇ ਰੰਗ ਨੂੰ ਆਪਣੇ ਮਨ ਵਿੱਚ ਨਹੀਂ ਚਾੜ ਸਕਿਆ, ਜੀਵਨ ਸਭ ਵਿਅਰਥਾ ਫਿੱਕਾ ਨਿਸਫਲ ਚਲਿਆ ਗਿਆ। ਫਿੱਕੇ ਹੀ ਬੋਲ ਬੋਲੇ, ਬਹੁਤ ਜ਼ਿਆਦਾ ਭੈੜਾ ਜੀਵਨ ਵਿਕਾਰੀ ਹੋ ਗਿਆ। ਤੇ ਫਿਰ ਮਨ ਤਾਂ ਦਸਾਂ ਹੀ ਦਿਸ਼ਾਵਾਂ ਵਿੱਚ ਫਿਰਦਾ ਰਹਿੰਦਾ ਨਾ, ਭਟਕਦਾ ਰਹਿੰਦਾ, ਫੁਰਨੇ ਤੇ ਫੁਰਨੇ ਕਰਦਾ ਰਹਿੰਦਾ ਏ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਦੇ, ਇਹ ਪੂਰਬਾਰਦ ਜਿਹੜਾ ਹੈ ਉਹ ਕਵੀਰਾਜ ਜੀ ਨੇ ਇਤੀ ਕੀਤਾ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ। ਮੰਗਲਾ ਚਰਨ ਨਾਮ ਮਹਿਮਾ ਵਰਣਨੰ, ਪੂਰਬਾਰਦ ਜਿਹੜਾ ਹੈ ਉਸ ਦਾ ਮੰਗਲਾ ਚਰਨ ਜਿਹੜਾ ਪਹਿਲਾ ਅਧਿਆਇ ਕਵੀਰਾਜ ਸੰਪੂਰਨ ਕਰ ਰਹੇ ਆ। ਮੰਗਲਾ ਚਰਨ ਨਾਮ ਮਹਿਮਾ ਵਰਣਨੰ, ਨਾਮ ਦੀ ਮਹਿਮਾ ਵਰਣਨ ਕੀਤੀ ਹੈ। ਨਾਮ ਪ੍ਰਥਮੋ ਧਿਆਏ, ਇਸ ਦਾ ਨਾਮ ਪਹਿਲਾ ਅਧਿਆਇ, ਇਹ ਕਵੀਰਾਜ ਜੀ ਨੇ ਇੱਥੇ ਪੂਰਬਾਰਦ ਦਾ ਪਹਿਲਾ ਅਧਿਆਇ ਜਿਹੜਾ ਹੈ ਉਹ ਸੰਪੂਰਨ ਕੀਤਾ ਹੈ। ਸਵਈਆ ਬਲਵੰਡ ਵੱਡੇ ਭੁਜ ਦੰਡ ਪ੍ਰਚੰਡ। ਹੁਣ ਕਵੀਰਾਜ ਦੂਜਾ ਅਧਿਆਇ ਆਰੰਭ ਕਰਦੇ ਐ, ਤੇ ਦੂਜੇ ਅਧਿਆਇ ਵਿੱਚ ਆਦਿ ਸ਼ਕਤੀ ਦਾ ਮੰਗਲ ਕਰਦੇ ਐ। ਜਿਵੇਂ ਪਹਿਲਾ ਅਧਿਆਇ ਆਰੰਭ ਕੀਤਾ ਸੀ ਨਾ, ਤੇ ਆਦਿ ਸ਼ਕਤੀ ਦਾ ਮੰਗਲ ਕੀਤਾ ਸੀਗਾ, ਇਉਂ ਕਵੀਰਾਜ ਹੁਣ ਦੂਜਾ ਅਧਿਆਇ ਆਰੰਭ ਕਰਦੇ ਹੋਏ, ਜਿਸ ਵਿੱਚ ਕਥਾ ਆਰੰਭ ਹੋਵੇਗੀ, ਤੇ ਬੇਨਤੀ ਕਰਕੇ ਫਿਰ ਕਥਾ ਦੀ ਆਰੰਭਤਾ ਕਰਨਗੇ ਕਵੀਰਾਜ। ਇਉਂ ਮੰਗਲਾਚਰਨ ਕਰਦੇ ਹਨ ਆਦਿ ਸ਼ਕਤੀ ਦਾ। ਬਲਵੰਡ ਵੱਡੇ ਭੁਜ ਦੰਡ ਪ੍ਰਚੰਡ, ਜਿਹੜੇ ਬਲਵੰਡ ਵੱਡੇ ਬਹੁਤ ਜ਼ਿਆਦੇ ਬਲ ਵਾਲੇ ਹਨ, ਭੁਜ ਦੰਡ ਜਿਹੜੀਆਂ ਦੋ ਬਾਹਾਂ ਹਨ, ਇਹ ਆਦਿ ਸ਼ਕਤੀ ਦੀਆਂ ਬਾਹਾਂ ਵਰਣਨ ਕਰਦੇ ਆ ਕਵੀਰਾਜ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਵੇਂ ਵਾਰ ਸ਼੍ਰੀ ਭਗਉਤੀ ਜੀ ਕੀ ਮਹਾਰਾਜ ਜੀ ਨੇ ਲਿਖੀ ਹੈ ਨਾ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਥੋਂ ਆਦਿ ਸ਼ਕਤੀ ਦੀ ਜਿਹੜੀ ਸਿਫਤ ਮਹਾਰਾਜ ਲਿਖੀ ਹੈ, ਉਥੋਂ ਕਵੀਰਾਜ ਜੀ ਨੇ ਸਰੋਤ ਲੈ ਕਰਕੇ ਮੰਗਲ ਕੀਤੇ ਹੈ। ਤੇ ਉਸ ਸ਼ਕਤੀ ਨੂੰ ਜਿਹੜਾ ਹੈ ਦਇਆ ਦੀ ਦਾਤੀ ਦੱਸਦੇ ਹੈ, ਫਿਰ ਉਸ ਨੂੰ ਰਿੱਧੀਆਂ ਸਿੱਧੀਆਂ ਨਿਧੀਆਂ ਦੇ ਦੇਣ ਵਾਲੀ ਦੱਸਦੇ ਹੈ, ਫਿਰ ਉਹ ਸ਼ਕਤੀ ਦੇ ਹੱਥ ਵਿੱਚ ਸ਼ਸਤਰ ਅਸਤਰ ਦੱਸਦੇ ਹੈ। ਇਹ ਕਮਾਲ ਦੀ ਜਿਹੜਾ ਇਹ ਕਵਿਤਾ ਦੇ ਅੰਦਰ ਜੋੜ ਕਵੀਰਾਜ ਜੀ ਨੇ ਭਰਿਆ ਹੈ ਨਾ, ਇਹ ਸਾਰਾ ਸਰੋਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ ਚੱਕਿਆ ਕਵੀਰਾਜ ਜੀ ਨੇ। ਤੇ ਆਰੰਭ ਵਿੱਚ ਦੱਸ ਦਿੱਤਾ ਸੀ ਕਿ ਇਸ ਪਵਿੱਤਰ ਕਥਾ ਦੇ ਸਰੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ, ਸ੍ਰੀ ਦਸਮ ਗ੍ਰੰਥ ਜੀ ਦੀ ਬਾਣੀ ਹੈ। ਕਵੀਰਾਜ ਕਹਿੰਦੇ ਨੇ ਕਿ ਹੇ ਆਦਿ ਸ਼ਕਤੀ, ਤੇਰੀਆਂ ਭੁਜਾਵਾਂ ਜਿਹੜੀਆਂ ਬੜੇ ਬਲ ਵਾਲੀਆਂ ਹਨ, ਇਸ ਪ੍ਰਕਾਰ ਬਲਵੰਡ ਵੱਡੇ ਭੁਜ ਦੰਡ ਪ੍ਰਚੰਡ, ਤੇ ਬੜੇ ਹੀ ਪ੍ਰਚੰਡ ਤੇਜ ਪ੍ਰਤਾਪ ਵਾਲੀ ਹੈ। ਅਖੰਡ ਅਦੰਡ ਕਰੇ ਖਲ ਖੰਡਾ, ਜਿਹੜੇ ਅਖੰਡ ਹੁੰਦੇ ਨਾ ਖੰਡੇ ਜਾਣ ਵਾਲੇ, ਅਦੰਡ ਹੁੰਦੇ ਆ ਨਾ ਦੰਡੇ ਜਾਣ ਵਾਲੇ, ਜਿਨ੍ਹਾਂ ਨੂੰ ਸਜ਼ਾ ਨਾ ਦਿੱਤੀ ਜਾ ਸਕੇ,
ਉਹ ਬੜੇ ਬਲਵਾਨ ਆਪਣੇ ਆਪ ਨੂੰ ਜਿਹੜੇ ਸੁੰਭ ਨਸੁੰਭ ਸਮਝਦੇ ਸੀ, ਚੰਡ ਤੇ ਮੁੰਡ ਸਮਝਦੇ ਸੀ, ਜਿਹੜੇ ਕਿਸੇ ਕੋਲੋਂ ਖੰਡੇ ਨਹੀਂ ਸੀ ਜਾਂਦੇ, ਜਿਹੜੇ ਕਿਸੇ ਕੋਲੋਂ ਦੰਡੇ ਨਹੀਂ ਸੀ ਜਾਂਦੇ, ਕੋਈ ਸਜ਼ਾ ਨਹੀਂ ਸੀ ਜਿਨ੍ਹਾਂ ਨੂੰ ਦੇ ਸਕਦਾ, ਜਿਹੜੇ ਆਪਣੇ ਆਪ ਨੂੰ ਅਮਰ ਸਮਝਦੇ ਸੀ, ਉਹਨਾਂ ਖਲ ਮੂਰਖ ਦੈਂਤਾਂ ਨੂੰ ਇਹ ਆਦ ਸ਼ਕਤੀ ਤਾਂ ਖੰਡਾ ਨਾਸ਼ ਕਰ ਦਿੱਤਾ, ਟੁਕੜੇ ਟੁਕੜੇ ਕਰ ਦਿੱਤਾ, ਵਿਨਾਸ਼ ਕਰ ਦਿੱਤਾ। ਰਨ ਮੰਡ ਉਮੰਡ ਘਮੰਡਤ ਚੰਦ, ਜਿਹੜਾ ਚੰਡ ਬੜਾ ਘਮੰਡਤ ਘਮੰਡ ਵਾਲਾ ਸੀ, ਬੜੇ ਹੰਕਾਰ ਵਾਲਾ ਸੀ, ਰਣ ਜੰਗ ਨੂੰ ਮੰਡ ਕਰਕੇ ਭਾਵ ਯੁੱਧ ਨੂੰ ਪਾ ਕਰਕੇ ਉਮੰਡ ਬੜੇ ਹੀ ਉਤਸ਼ਾਹ ਦੇ ਨਾਲ ਉਸ ਚੰਡ ਨੂੰ ਤੂੰ ਨਾਸ਼ ਕਰ ਦਿੱਤਾ। ਫਿਰ ਇਸ ਪ੍ਰਕਾਰ ਰਣ ਮੰਡ ਉਮੰਡ ਘਮੰਡਤ ਚੰਡ, ਚੰਡ ਹੈ ਤੂੰ ਬੜੇ ਇਸ ਪ੍ਰਕਾਰ ਵੰਗਾਰਨ ਵਾਲੀ ਹੈ। ਘਮੰਡਤ ਹੁੰਦਾ ਹੈ ਕਿ ਬੜੇ ਪ੍ਰਤਾਪ ਦੇ ਨਾਲ, ਬੜੇ ਬਲ ਦੇ ਨਾਲ ਦੁਸ਼ਮਣ ਨੂੰ ਲਲਕਾਰਨਾ। ਇਸ ਪ੍ਰਕਾਰ ਤੂੰ ਬੜੇ ਉਤਸ਼ਾਹ ਨਾਲ ਯੁੱਧ ਨੂੰ ਮੰਡਣ ਵਾਲੀ ਹੈ, ਯੁੱਧ ਨੂੰ ਪਾਉਣ ਵਾਲੀ ਹੈ ਤੇ ਲਲਕਾਰ ਕੇ ਦੁਸ਼ਮਣ ਨੂੰ ਮਾਰਨ ਵਾਲੀ ਹੈ। ਬੜੇ ਹੀ ਚੰਡ ਤਿੱਖੇ ਪ੍ਰਤਾਪ ਵਾਲੀ ਹੈ। ਅਖੰਡਲ ਕੇ ਅਰ ਕੀਨ ਬਿਹੰਡਾ, ਅਖੰਡਲ ਜਿਹੜੇ ਇੰਦਰ ਦੇ ਅਰ ਵੈਰੀ ਸਨ, ਉਹਨਾਂ ਸਾਰਿਆਂ ਨੂੰ ਤੂੰ ਬਿਹੰਡਾ ਨਾਸ਼ ਕਰ ਦੇਣਾ ਕੀਤਾ। ਕਰ ਹੇਰ ਕੁਵੰਡ ਹੈ ਤੁੰਡ ਹੈ ਪੰਡ ਭਗੇ, ਤੇਰੇ ਹੱਥ ਦੇ ਅੰਦਰ ਧਨੁਸ਼ ਬਾਣ ਨੂੰ ਵੇਖ ਕਰਕੇ ਜਿਹੜੇ ਸੀ ਨਾ ਵੱਡੇ ਵੱਡੇ ਦੈਂਤ, ਉਹਨਾਂ ਦੇ ਇਸ ਪ੍ਰਕਾਰ ਜਿਹੜੇ ਸੀ ਨਾ ਚਿਹਰੇ, ਉਹ ਪਾਂਡੂ ਰੰਗ ਦੇ ਭਾਵ ਪੀਲੇ ਪੈ ਗਏ, ਪਿਲੱਤਣ ਪੈ ਗਈ ਚਿਹਰਿਆਂ ਦੇ ਉੱਤੇ ਤੇਰੇ ਹੱਥ ਦੇ ਵਿੱਚ ਧਨੁਸ਼ ਵੇਖ ਕਰਕੇ, ਤੇ ਨੱਠ ਉੱਠੇ ਮੈਦਾਨੇ ਜੰਗ ਦੇ ਵਿੱਚੋਂ। ਜਸ ਮੰਡਨ ਭਾ ਬ੍ਰਹਮ ਟਿਕ ਰਿਹਾ ਹੈ, ਫੈਲ ਰਿਹਾ ਹੈ। ਸਿੱਧ ਦਾ ਨਿੱਧ ਦਾ ਰਿੱਧ ਦਾ ਬੁੱਧ ਦਾ, ਤੂੰ ਦੇਣ ਵਾਲੀ ਹੈ ਸਿੱਧ ਦਾ ਸਿੱਧੀਆਂ ਦੇ ਤਾਈ, ਨਿੱਧ ਦਾ ਨਿਧੀਆਂ ਦੇ ਦੇਣ ਵਾਲੀ ਹੈ, ਰਿੱਧ ਦਾ ਰਿਧੀਆਂ ਦੇ ਦੇਣ ਵਾਲੀ ਹੈ, ਤੇ ਬੁੱਧ ਦਾ ਬੁੱਧੀ ਦੇ ਦਾਤ ਦੇਣ ਵਾਲੀ ਹੈ, ਅਕਲ ਦੀ ਦਾਤ ਦੇਣ ਵਾਲੀ ਹੈ। ਯੁੱਧ ਮਦ ਸਹਾਏ ਸਦਾ ਭਵ ਮੰਡਾ, ਤੂੰ ਯੁੱਧ ਦੇ ਵਿੱਚ ਸੇਵਕ ਦੀ ਸਦਾ ਹੀ ਆਦ ਸ਼ਕਤੀ ਸਹਾਇਕ ਹੁੰਨੀ ਹੈ। ਜਿਹੜਾ ਤੇਰਾ ਆਸਰਾ ਲੈਂਦਾ ਹੈ, ਨਿਰੰਕਾਰ ਦੀ ਇਸ ਆਦ ਸ਼ਕਤੀ ਦਾ ਮੰਗਲ ਕਰਦਿਆਂ ਹੋਇਆਂ ਕਵਿਰਾਜ ਕਹਿੰਦੇ ਐ, ਹੇ ਆਦ ਸ਼ਕਤੀ ਜਿਹੜਾ ਤੇਰਾ ਆਸਰਾ ਲੈਂਦਾ, ਯੁੱਧ ਵਿੱਚ ਸਦਾ ਹੀ ਤੂੰ ਆਪਣੇ ਸੇਵਕ ਦੀ ਸਹਾਇਤਾ ਕਰਦੀ ਹੈ। ਸੰਸਾਰ ਨੂੰ ਮੰਡਾ ਭੂਸ਼ਤ ਕਰਨ ਵਾਲੀ ਹੈ, ਸੰਸਾਰ ਨੂੰ ਰਚਣ ਵਾਲੀ ਹੈ। ਦੋਹਰਾ ਬੰਦੋ ਸੰਤ ਸੰਦੋਹ ਪਦ। ਹੁਣ ਕਵਿਰਾਜ ਛੋਟਾ ਮੰਗਲਾਚਰਨ ਕਰਕੇ ਕਥਾ ਦੀ ਆਰੰਭਤਾ ਕਰਨਗੇ। ਕਹਿੰਦੇ ਹਨ, ਉਹਨਾਂ ਸਾਰੇ ਸੰਤਾਂ ਦੇ ਚਰਨਾਂ ਤੇ ਬੜੇ ਅਦਬ ਸਤਕਾਰ ਨਾਲ ਮੇਰੀ ਨਮਸਕਾਰ ਹੈ। ਜਿਨ ਤੇ ਹੋਤ ਉਧਾਰ, ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਉਧਾਰ ਹੋ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਨਾ, ਇਹ ਹੈ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀਐ। ਜਿਹਦਾ ਦਰਸ਼ਨ ਵੇਖ ਕੇ ਹੀ ਠੰਡ ਪੈ ਜਾਵੇ ਉਹਨੂੰ ਸੰਤ ਕਹਿੰਦੇ ਐ। ਕਵਿਰਾਜ ਕਹਿੰਦੇ, ਉਹਨਾਂ ਸਾਰੇ ਮਹਾਂਪੁਰਸ਼ਾਂ ਤੇ ਚਰਨਾਂ ਤੇ ਮੇਰੀ ਨਮਸਕਾਰ ਹੈ, ਜਿਨ੍ਹਾਂ ਦਾ ਦਰਸ਼ਨ ਵੇਖ ਕਰਕੇ ਬਲ ਦੇ ਹਿਰਦੇ ਸ਼ਾਂਤ ਹੋ ਜਾਂਦੇ ਐ। ਇਹੋ ਜਿਹਾ ਮਹਾਂਪੁਰਸ਼ ਜਿਹਦਾ ਦਰਸ਼ਨ ਵੇਖ ਕਰਕੇ ਹੀ ਜੀਆਂ ਨੂੰ ਠੰਡ ਪੈ ਜਾਵੇ, ਐਸੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਕਵਿਰਾਜ ਕਹਿੰਦੇ ਮੇਰੀ ਨਮਸਕਾਰ ਹੈ, ਜਿਨ੍ਹਾਂ ਦੇ ਦਰਸ਼ਨ ਵੇਖ ਕੇ ਉਧਾਰ ਹੋ ਜਾਂਦਾ, ਕਲਿਆਣ ਹੋ ਜਾਂਦੀ ਹੈ। ਜਮ ਤਮ ਸਮ ਤਿਹ ਤਰਨ ਸੇ। ਉਹਨਾਂ ਦੇ ਦਰਸ਼ਨ ਕੈਸੇ ਐ? ਕਵਿਰਾਜ ਕਹਿੰਦੇ ਜਮ ਰੂਪੀ ਹਨੇਰੇ ਨੂੰ ਸੂਰਜਵਤ ਹਨ ਉਹਨਾਂ ਦੇ ਦਰਸ਼ਨ। ਹਨੇਰਾ ਜਿਹੜਾ ਨਾ ਭਾਵ ਸੰਤ ਮਹਾਂਪੁਰਸ਼ ਆਪ ਅਮਰਾ ਪਦਵੀ ਨੂੰ ਪ੍ਰਾਪਤ ਹੁੰਦੇ ਐ, ਆਪ ਮੁਕਤ ਕਰੈ ਸੰਸਾਰ, ਆਪ ਮੁਕਤ ਹੁੰਦੇ ਐ, ਸੰਸਾਰ ਨੂੰ ਮੁਕਤ ਕਰਨ ਲਈ ਆਏ ਹੁੰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੀ ਕਿਹਾ ਨਾ ਕਿ ਐਸੇ ਪੁਰਖਾਂ ਦੇ ਚਰਨਾਂ ਤੇ ਭਾਈ ਸਾਡੀ ਵੀ ਸਦਾ ਹੀ ਨਮਸਕਾਰ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਦੀ ਵੱਡੀ ਵਡਿਆਈ ਕਹੀ ਹੈ। ਕਵਿਰਾਜ ਕਹਿੰਦੇ ਐ, ਜਿਹੜਾ ਮੌਤ ਰੂਪੀ ਹਨੇਰਾ ਨਾ, ਉਹ ਮੌਤ ਰੂਪੀ ਹਨੇਰੇ ਵਿੱਚ ਐਸੇ ਮਹਾਂਪੁਰਸ਼ਾਂ ਦੀ ਜਿਹੜੀ ਸੰਗਤ ਹੈ ਨਾ, ਉਹ ਜਿਹੜੀ ਆ ਸੂਰਜ ਦੀ ਤਰ੍ਹਾਂ ਪ੍ਰਕਾਸ਼ ਕਰਨ ਵਾਲੀ ਹੈ। ਅਮਰਾ ਪਦਵੀ ਤੇ ਅਟਲ ਪਦਵੀ ਨੂੰ ਪਹੁੰਚਾਉਣ ਵਾਲੇ ਆ। ਉੱਥੇ ਫਿਰ ਮੌਤ ਨਹੀਂ ਹੁੰਦੀ ਹੈ, ਜਿੱਥੇ ਮਹਾਂਪੁਰਸ਼ ਸੰਤਾਂ ਦੀ ਸੰਗਤ ਪਹੁੰਚਾ ਦਿੰਦੀ ਹੈ। ਭ੍ਰਮ ਘਨ ਬਾਤ ਵਿਚਾਰ। ਫਿਰ ਕਹਿੰਦੇ ਜਿਹੜੇ ਉਹਨਾਂ ਦੇ ਨਾਲ ਬਚਨ ਬਿਲਾਸ ਕਰਨੇ, ਜਿਵੇਂ ਹਵਾ ਹੁੰਦੀ ਨਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਬੈਠ ਕਰਕੇ ਵਾਹਿਗੁਰੂ ਨਾਮ ਦੀ ਮਹਿਮਾ ਸੁਣਨੀ, ਫਿਰ ਆਪਣੀ ਆਤਮਾ ਦੀ ਵਿਚਾਰ ਸਰਵਣ ਕਰਨੀ। ਇਹਦੇ ਨਾਲ ਕੀ ਹੁੰਦਾ ਹੈ?
ਇਹੋ ਜੀ ਅੰਦਰ ਵਿਚਾਰ ਰੂਪੀ ਹਵਾ ਚੱਲਦੀ ਹੈ ਕਿ ਸਾਰੇ ਭਰਮ ਰੂਪੀ ਬੱਦਲ ਉਡਾ ਕੇ ਲੈ ਜਾਂਦੀ ਹੈ। ਐਨ ਹਿਰਦਾ ਰੂਪੀ ਆਕਾਸ਼ ਸਾਫ਼ ਹੋ ਜਾਂਦਾ ਹੈ। ਜਦੋਂ ਸਾਫ਼ ਹੋਵੇ ਆਕਾਸ਼ ਵਿੱਚ ਦਿਸਦਾ ਹੈ ਨਾ ਚਾਰ ਸਫੇਰੇ ਕਿੰਨਾ ਸਾਫ਼ ਦਿਖਾਈ ਦਿੰਦਾ ਹੈ। ਇਵੇਂ ਹਿਰਦੇ ਦੇ ਅੰਦਰ ਭਰਮ ਰੂਪੀ ਬੱਦਲ ਛਾਏ ਹੋਏ ਹੈ ਜੋ ਕੁਝ ਵੀ ਦਿਸਣ ਨਹੀਂ ਦਿੰਦੇ। ਜਦੋਂ ਮਹਾਂਪੁਰਸ਼ਾਂ ਦੀ ਸੰਗਤ ਕਰੀਏ, ਪੂਰਨ ਪੁਰਸ਼ਾਂ ਦੀ ਸੰਗਤ ਦੇ ਅੰਦਰ ਵਾਹਿਗੁਰੂ ਦੇ ਪਿਆਰ ਦੀ ਵਿਚਾਰ ਹੁੰਦੀ ਹੈ। ਇੱਥੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੁੰਦੀ ਹੈ ਤੇ ਫਿਰ ਆਤਮਾ ਦੀ ਜਦੋਂ ਵਿਚਾਰ ਜੀਵ ਕਰਦੇ ਹੈ, ਇਹ ਅੰਦਰ ਹਵਾ ਚੱਲ ਪੈਂਦੀ ਹੈ, ਵਿਚਾਰ ਰੂਪੀ ਹਵਾ ਭਰਮ ਰੂਪੀ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। ਹਿਰਦਾ ਰੂਪੀ ਆਕਾਸ਼ ਐਨ ਸਾਫ਼ ਹੋ ਜਾਂਦਾ ਜਿਸ ਵਿੱਚ ਆਪਣਾ ਸੁੱਧ ਸਰੂਪ ਦਿਸਣ ਲੱਗ ਪੈਂਦਾ ਹੈ। ਚੌਪਈ ਮੋਰ ਮਨੋਰਥ ਭਇਓ ਜਹਾਜੂ। ਹੁਣ ਕਵੀਰਾਜ ਕਹਿੰਦੇ ਮੇਰਾ ਕਥਾ ਲਿਖਣ ਦਾ ਜਿਹੜਾ ਮਨੋਰਥ ਹੈ ਨਾ, ਜਿਹੜੀ ਮੇਰੀ ਇੱਛਾ ਹੈ, ਇਹ ਤਾਂ ਕਹਿੰਦੇ ਭਾਈ ਜਹਾਜ਼ ਬਣਿਆ ਹੈ। ਸਿੰਧ ਜੇ ਬਿਗਨ ਅਥਾਹੇ ਸਮਾਜੂ। ਜਿਹੜੇ ਬਹੁਤ ਜ਼ਿਆਦੇ ਬਿਗਨੇ ਸਮੁੰਦਰ ਦੀ ਨਿਆਈ ਹਨ। ਮੇਰੀ ਕਥਾ ਲਿਖਣ ਦੀ ਇੱਛਾ ਜਿਹੜੀ ਹੈ ਜਹਾਜ਼ ਵੈ, ਤੇ ਜਿਹੜੇ ਸਮੂਹ ਬਿਗਨ ਪੈਣ ਵਾਲੇ ਕਹਿੰਦੇ ਆ ਉਹ ਤਾਂ ਭਾਈ ਸਮੁੰਦਰ ਵੈ। ਕਿਉਂਕਿ ਕਿਸੇ ਵੀ ਕਾਰਜ ਨੂੰ ਕਰਨਾ ਹੋਵੇ ਨਾ ਤੇ ਉਹਦੀ ਪੂਰਤੀ ਵਾਸਤੇ ਜਿਹੜੇ ਆ ਫਿਰ ਬਿਗਨ ਬਹੁਤ ਪੈਂਦੇ ਆ। ਕਵੀਰਾਜ ਕਹਿੰਦੇ ਆ ਮੇਰੀ ਇਹ ਇੱਛਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੀ ਕਥਾ ਲਿਖਣ ਦੀ, ਇਹ ਤਾਂ ਜਹਾਜ਼ ਹੈ ਤੇ ਜਿਹੜੇ ਬਿਗਨ ਹਨ ਨਾ ਉਹ ਅਥਾਹ ਸਮੁੰਦਰ ਦੀ ਤਰ੍ਹਾਂ ਹਨ। ਬਹੁਤ ਜ਼ਿਆਦੀਆਂ ਆਬਸ਼ਾਵਾਂ ਟਕਰਾਉਂਦੀਆਂ ਨੇ। ਇਹ ਕਵੀਰਾਜ ਨੇ ਇੱਕ ਹੀ ਪੰਕਤੀ ਵਿੱਚ ਆਪਣੇ ਸਾਵਰੇ ਜੀਵਨ ਵਿੱਚ ਆਈਆਂ ਕਠਿਨਾਈਆਂ ਦਾ ਜ਼ਿਕਰ ਕਰ ਦਿੱਤਾ। ਬਹੁਤ ਜ਼ਿੰਦਗੀ ਵਿੱਚ ਉਤਰਾ ਚੜਾ ਆਏ, ਬਹੁਤ ਜਿਹੜੀਆਂ ਹਕੂਮਤਾਂ ਨੇ ਵੀ ਜਿਹੜੇ ਸੀ ਉਹ ਬੜੇ ਯਤਨ ਕੀਤੇ, ਪਰ ਕਵੀਰਾਜ ਦੱਸਦੇ ਹੈ ਕਿ ਇਉਂ ਸਤਿਗੁਰੂ ਜੀ ਆਪ ਹੀ ਕੰਢੇ ਚਾੜਨ ਵਾਲੇ ਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਇਹ ਬੇਨਤੀ ਕਰਦੇ ਆ ਕਥਾ ਦੀ ਆਰੰਭਤਾ ਵਿੱਚ, ਕਹਿੰਦੇ ਨੇ ਕਿ ਸਮੁੰਦਰ ਦੀ ਨਿਆਈ ਅਥਾਹ ਹੀ ਬਿਗਨ ਹਨ। ਬਹੁਤ ਜ਼ਿਆਦਾ ਭਾਰੀ ਜਿਹੜਾ ਹੈ ਉਹ ਸਮਾਨ ਜਿਹੜਾ ਹੈ ਬਿਗਨਾਂ ਦਾ ਹੈ। ਸਮੁੰਦਰ ਦੀ ਨਿਆਈ ਬੜਾ ਵਿਸ਼ਾਲ। ਕਰਨ ਧਾਰ ਕਰਹੀ ਗੁਰ ਕਰੁਣਾ। ਜਦੋਂ ਇਸ ਪ੍ਰਕਾਰ ਕਰਨ ਧਾਰ, ਫਿਰ ਪੜੋ ਪੰਕਤੀ। ਕਰਨ ਧਾਰ ਕਰਹੀ ਗੁਰ ਕਰੁਣਾ। ਕਿਰਪਾ ਧਾਰਨ ਵਾਲੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਕਰੋਗੇ ਆਪ ਜੀ ਕਿਰਪਾ, ਤਬ ਪਹੁੰਚੋ ਤਟ ਕਰ ਤਿਨ ਪਰਨਾ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਪਰਨਾ ਆਸਰਾ ਲੈ ਕਰਕੇ ਨਾ ਤਦੋਂ ਹੀ ਮਹਾਰਾਜ ਕਥਾ ਦੀ ਸੰਪੂਰਨਤਾ ਰੂਪੀ ਪਰਲੇ ਕੰਢੇ ਤੇ ਮੈਂ ਪਹੁੰਚ ਸਕਾਂਗਾ। ਹੇ ਗੁਰੂ ਨਾਨਕ ਸਾਹਿਬ ਜੀ ਜਦੋਂ ਆਪ ਕਿਰਪਾ ਕਰੋਗੇ। ਕਥਾ ਦੀ ਆਰੰਭਤਾ ਕਵੀਰਾਜ ਕਹਿੰਦੇ ਆ ਇਹ ਮੇਰੀ ਇੱਛਾ ਜਹਾਜ਼ ਹੈ। ਉਰਲੇ ਕੰਢੇ ਤੋਂ ਮੈਂ ਆਰੰਭਤਾ ਰੂਪੀ ਕੰਢੇ ਤੋਂ ਠੇਲ ਲਿਆ ਆਪਣਾ ਇੱਛਾ ਰੂਪੀ ਜਹਾਜ਼। ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਮੁੱਚੇ ਜੀਵਨ ਦੀ ਕਥਾ ਦਾ ਸੰਪੂਰਨਤਾ ਰੂਪ ਜਿਹੜਾ ਕੰਢਾ ਹੈ, ਜਦੋਂ ਮਹਾਰਾਜ ਤੁਸੀਂ ਕਿਰਪਾ ਕਰੋਗੇ, ਮੈਨੂੰ ਇਹ ਨਿਸ਼ਚੈ ਕਿ ਆਪ ਦੇ ਚਰਨਾਂ ਦਾ ਆਸਰਾ ਲੈ ਕਰਕੇ ਮੈਂ ਸੰਪੂਰਨਤਾ ਰੂਪੀ ਕੰਢੇ ਤੇ ਮਹਾਰਾਜ ਚੜ੍ਹ ਜਾਵਾਂਗਾ, ਪੂਰਾ ਉਤਰ ਜਾਵਾਂਗਾ। ਤੁਮਰੋ ਨਾਮ ਨਿਬਾਹੋ ਲਾਜਾ। ਮਹਾਰਾਜ ਆਪ ਦਾ ਨਾਮ ਹੈ, ਕਿਉਂਕਿ ਇਹ ਨਾਮ ਕਹਿਣਾ ਕਿ ਮਹਾਰਾਜ ਮੈਂ ਤੁਹਾਡਾ ਹਾਂ ਸੱਚੇ ਪਾਤਸ਼ਾਹ। ਹੇ ਗਰੀਬ ਨਵਾਜ ਆਪਣਾ ਜਾਣ ਕਰਕੇ ਮੇਰੀ ਲਾਜ ਨਿਭਾ ਦਿਓ ਸੱਚੇ ਪਾਤਸ਼ਾਹ, ਮੇਰੀ ਪੱਤ ਰੱਖ ਲਓ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣਾ ਜਾਣ ਕਰਕੇ ਗਰੀਬ ਨਵਾਜ ਕਿਰਪਾ ਕਰਕੇ ਕਾਰਜ ਪੂਰਾ ਕਰ ਦਿਓ। ਕਰੋ ਗ੍ਰੰਥ ਪੂਰਨ ਸੁਭ ਕਾਜਾ। ਇਹ ਗ੍ਰੰਥ ਦੇ ਪੂਰਾ ਕਰਨ ਦਾ ਜਿਹੜਾ ਸੁਭ ਕਾਰਜ ਹੈ, ਇਹ ਸੱਚੇ ਪਾਤਸ਼ਾਹ ਮਹਾਰਾਜ ਮੈਂ ਪੂਰਾ ਕਰ ਸਕਾਂ। ਆਪਣੇ ਨਾਮ ਦੀ ਲਾਜ ਨਿਭਾ ਦਿਓ ਸੱਚੇ ਪਾਤਸ਼ਾਹ, ਮਿਹਰ ਕਰੋ। ਮੈਂ ਤੁਹਾਡਾ ਸੇਵਕ ਹਾਂ। ਸੰਸਾਰ ਦੇ ਲੋਕ ਜਾਣਦੇ ਹੈ ਕਿ ਭਾਈ ਸੰਤੋਖ ਸਿੰਘ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਸੱਚੇ ਪਾਤਸ਼ਾਹ ਮਹਾਰਾਜ ਆਪਣੇ ਨਾਮ ਦੀ ਲਾਜ ਨਿਭਾ ਦਿਓ। ਗਰੀਬ ਨਵਾਜ ਜੀ ਕਿਰਪਾ ਕਰੋ, ਮੈਂ ਗ੍ਰੰਥ ਦੇ ਕੇ ਪੂਰਾ ਕਰਨ ਦਾ ਸੁਭ ਕਾਰਜ ਜਿਹੜਾ ਹੈ ਸੰਪੂਰਨ ਕਰ ਸਕਾਂ। ਤਬ ਕਰੁਣਾ ਬਿਨ ਅੱਖਰ ਏਕੂ। ਤੁਹਾਡੀ ਕਿਰਪਾ ਤੋਂ ਬਿਨਾ ਮਹਾਰਾਜ ਇੱਕ ਵੀ ਜੋ ਅੱਖਰ ਹੈ ਨਹਿ ਉਪਜਤ ਮੁਝ ਹਿਰਦੈ ਬੇਕੂ। ਮੇਰੇ ਹਿਰਦੇ ਦੇ ਅੰਦਰ ਮਹਾਰਾਜ ਇੰਨਾ ਗਿਆਨ ਕਿੱਥੋਂ ਕਿ ਇੱਕ ਅੱਖਰ ਵੀ ਪੈਦਾ ਹੋ ਜਾਵੇ। ਇਹ ਸੱਚੇ ਪਾਤਸ਼ਾਹ ਇਹ ਤੁਹਾਡੀ ਕਿਰਪਾ ਹੈ। ਗਰੀਬ ਨਵਾਜ ਇਹ ਕਵੀਰਾਜ ਇੰਨੇ ਸਿਖਰਾਂ ਦੇ ਵਿਦਵਾਨ ਨੇ ਤੇ ਕਵੀਰਾਜ ਵਿੱਚ ਕਿੰਨੀ ਗੁਰਮੁਖਤਾਈ ਹੈ, ਕਿੰਨਾ ਪਿਆਰ ਹੈ ਉਹਨਾਂ ਦੇ ਅੰਦਰ ਸਤਿਗੁਰਾਂ ਜੀ ਦੇ ਪ੍ਰਤੀ। ਇਹ ਹੀ ਪੂਰਨ ਪੁਰਖਾਂ ਦੀ ਨਿਸ਼ਾਨੀ ਹੁੰਦੀ ਹੈ
ਕਿ ਉਹ ਸਾਰਾ ਕੁਝ ਹੀ ਆਪਣੇ ਸਤਿਗੁਰੂ ਜੀ ਨੂੰ ਜਣਾਉਂਦੇ ਹੈ। ਐਡਾ ਵੱਡਾ ਗ੍ਰੰਥ ਰਚਿਆ ਹੈ ਅਨੰਤ ਹੀ ਛੰਦਾਂ ਦੀਆਂ ਚਾਲਾਂ ਦੇ ਅੰਦਰ, ਪਰ ਕਵਿਰਾਜ ਦੀ ਕਿੰਨੀ ਨਿਮਰਤਾ। ਕਹਿੰਦੇ ਹੈ ਗੁਰੂ ਨਾਨਕ ਸਾਹਿਬ ਜੀ, ਮੇਰੇ ਮਤ ਦੇ ਅੰਦਰ ਵਿਵੇਕ ਨਹੀਂ ਕਿ ਮੈਂ ਇੱਕ ਵੀ ਅੱਖਰ ਉਚਾਰਨ ਕਰ ਸਕਾਂ, ਇੰਨਾ ਗਿਆਨ ਨਹੀਂ ਕਿ ਮਹਾਰਾਜ ਇੱਕ ਵੀ ਅੱਖਰ ਮੈਂ ਕਹਿ ਸਕਾਂ। ਤੁਹਾਡੀ ਕਿਰਪਾ ਤੋਂ ਬਿਨਾਂ ਮੈਂ ਇੱਕ ਵੀ ਅੱਖਰ ਗਿਆਨ ਦੇ ਸਹਿਤ ਨਹੀਂ ਕਹਿ ਸਕਦਾ ਹਾਂ। ਦੋਹਰਾ ਗੁਰ ਪਗ ਪ੍ਰੇਮ ਸਮੁੰਦਰ ਸਮ। ਹੁਣ ਕਹਿੰਦੇ ਆ ਗੁਰੂ ਜੀ ਦੇ ਚਰਨਾਂ ਦਾ ਜਿਹੜਾ ਪਿਆਰ ਹੈ ਨਾ, ਇਹ ਸਮੁੰਦਰ ਦੇ ਤਰ੍ਹਾਂ ਹੈ। ਸੁਦਾ ਪਰਦ ਕਵਿਤਾ ਸੋ। ਕਹਿੰਦੇ ਜਿਹੜੀ ਇਹ ਮਹਾਰਾਜ ਦੇ ਜਸ ਰੂਪੀ ਕਵਿਤਾ ਹੈ, ਇਹਦੇ ਅੰਦਰ ਕਹਿੰਦੇ ਨੇ ਅੰਮ੍ਰਿਤ ਹੈ। ਇਸ ਪ੍ਰਕਾਰ ਜਿਵੇਂ ਸਮੁੰਦਰ ਦੇ ਅੰਦਰ ਅੰਮ੍ਰਿਤ ਮੰਨਿਆ ਗਿਆ ਹੈ ਨਾ, ਉਹਦਾ ਪ੍ਰਮਾਣ ਦੇ ਕਰਕੇ ਕਵਿਰਾਜ ਕਹਿੰਦੇ ਐ ਗੁਰੂ ਜੀ ਦੇ ਚਰਨਾਂ ਦਾ ਪਿਆਰ ਤਾਂ ਸਮੁੰਦਰ ਦੀ ਨਿਆਈ ਹੈ। ਕਹਿੰਦੇ ਜਿਹੜਾ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਦੀ ਕਥਾ ਜੋ ਇਹ ਕਵਿਤਾ ਰੂਪ ਵਿੱਚ ਕਹੀ ਹੈ ਨਾ, ਕਹਿੰਦੇ ਇਸ ਪ੍ਰਕਾਰ ਇਹ ਸੁਦਾ ਅੰਮ੍ਰਿਤ ਦੀ ਨਿਆਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਸ ਦੀ ਜੋ ਕਵਿਤਾ ਹੈ, ਅੰਮ੍ਰਿਤ ਦੀ ਦਾਤੀ ਹੈ, ਅੰਮ੍ਰਿਤ ਦੇ ਦੇਣ ਵਾਲੀ ਹੈ। ਸਿੱਖ ਬਿੰਦਾਰਕ ਪੀਵਹਿ ਨਿਤ। ਤੇ ਫਿਰ ਕਵਿਰਾਜ ਉਹ ਤਾਂ ਦੇਵਤਿਆਂ ਨੇ ਪੀਤਾ ਸੀ ਸਮੁੰਦਰ ਵਿੱਚੋਂ ਜਿਹੜਾ ਅੰਮ੍ਰਿਤ ਨਿਕਲਿਆ ਸੀ। ਇਹ ਗੁਰੂ ਜੀ ਦੇ ਚਰਨਾਂ ਰੂਪੀ ਸਮੁੰਦਰ ਦੇ ਅੰਦਰੋਂ ਜਿਹੜੀ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਸ ਰੂਪੀ ਅੰਮ੍ਰਿਤ ਦੀ ਕਥਾ ਜਿਹੜੀ ਹੈ, ਇਹ ਕੌਣ ਪੀਂਦਾ ਹੈ? ਕਵਿਰਾਜ ਕਹਿੰਦੇ ਦੇਵਤਿਆਂ ਦੀ ਨਿਆਈ ਸਿੱਖ ਪੀਂਦੇ ਐ ਇਸ ਕਥਾ ਰੂਪੀ ਅੰਮ੍ਰਿਤ ਨੂੰ। ਐਨ ਸੁਰਤ ਜੋੜ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੀਵਨ ਦੀ ਕਥਾ ਸੁਣਦੇ ਸੁਣਦੇ ਬਹੁਤ ਬਰਾਗੀ ਚਿੱਤ ਹੋ ਜਾਂਦੇ ਐ। ਇਹ ਤਾਂ ਕਥਾ ਸੁਣੀ ਸੀ ਆਪ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਹਜੂਰ ਦੀ ਇਹ ਕਥਾ ਸੁਣਾਉਂਦੇ ਹੋਏ ਭਾਈ ਸੰਤੋਖ ਸਿੰਘ ਜੀ ਦੱਸਣਗੇ ਕਿ ਜਦੋਂ ਭਾਈ ਬਾਲਾ ਜੀ ਕਦੇ ਕਦੇ ਇੰਨੇ ਪਿਆਰ ਰਸ ਵਿੱਚ ਆ ਕਰਕੇ ਜਦੋਂ ਹਜੂਰ ਦੀ ਕਥਾ ਸੁਣਾਉਂਦੇ, ਜਦੋਂ ਮਹਾਰਾਜ 12 ਸਾਲ ਬਾਅਦ ਸੱਚੇ ਪਾਤਸ਼ਾਹ ਜੀ ਆਏ ਸੀ ਨਾ, ਮਾਤਾ ਜੀ ਨਾਲ ਜਦੋਂ ਮਿਲਾਪ ਹੋਇਆ ਹਜੂਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਵਿੱਚੋਂ ਬਰਾਗ ਦੀ ਝੜੀ ਲੱਗ ਗਈ। ਸੱਚੇ ਪਾਤਸ਼ਾਹ ਜੀ ਮਹਾਰਾਜ ਸੁਣਦਿਆਂ ਸੁਣਦਿਆਂ ਧਿਆਨ ਅਸਥਿਤ ਹੋ ਗਏ ਗਰੀਬ ਨਵਾਜ। ਤੇ ਇਹ ਜ਼ਿਕਰ ਕਵਿਰਾਜ ਨੇ ਇਤਿਹਾਸ ਵਿੱਚ ਦੱਸਿਆ ਕਿ ਹਜੂਰ ਦੀ 8 ਦਿਨ ਸਮਾਧੀ ਲੱਗੀ ਰਹੀ ਸੱਚੇ ਪਾਤਸ਼ਾਹ ਜੀ ਦੀ। ਮਹਾਰਾਜ ਸੱਚੇ ਪਾਤਸ਼ਾਹ 8ਵੇਂ ਦਿਨ ਸਮਾਧ ਖੁੱਲੀ, ਗਰੀਬ ਨਵਾਜ ਇਸ਼ਨਾਨ ਕੀਤਾ, ਥੋੜਾ ਜਲ ਪਾਣੀ ਛਕਿਆ, ਫਿਰ ਭਾਈ ਬਾਲਾ ਜੀ ਨੂੰ ਬੁਲਾ ਲਿਆ, ਕਥਾ ਸਮਾਜ ਫਿਰ ਇਕੱਠਾ ਕਰ ਲਿਆ, ਫਿਰ ਸਾਰੇ ਸਰੋਤੇ ਆ ਜੁੜੇ, ਭਾਈ ਬਾਲਾ ਜੀ ਫਿਰ ਕਥਾ ਕਰਨ ਲੱਗੇ। ਇਉਂ ਸੱਚੇ ਪਾਤਸ਼ਾਹ ਜੀ ਦੇ ਕਥਾ ਦੇ ਸੁਣਨ ਦਾ ਜਿਹੜਾ ਅੰਮ੍ਰਿਤ ਹੈ ਨਾ, ਇਹ ਤਾਂ ਖੁਦ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਪੀਤਾ। ਇਸ ਅੰਮ੍ਰਿਤ ਨੂੰ ਪੀਣ ਵਾਲੇ ਬਾਬਾ ਬੁੱਢਾ ਸਾਹਿਬ ਜੀ, ਇਸ ਅੰਮ੍ਰਿਤ ਨੂੰ ਪੀਣ ਵਾਲੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਜੋ ਸਿੱਖ ਰੂਪ ਵਿੱਚ ਸੇਵਾ ਕਰਦੇ ਸੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ, ਇਸ ਨਾਮ ਮਹਾਰਾਜ ਦੇ ਜਸ ਰੂਪੀ ਕਥਾ ਰੂਪੀ ਅੰਮ੍ਰਿਤ ਨੂੰ ਪੀਣ ਵਾਲੇ ਜਿਹੜਾ ਸੀਗਾ ਸੈਣ ਸਰਸ ਇੱਕ ਧਿੰਗਾ ਨਾਈ, ਸੱਚੇ ਪਾਤਸ਼ਾਹ ਜੀ ਦੇ ਸਿੱਖ ਭਾਈ ਧਿੰਗਾ ਜੀ, ਫਿਰ ਭਾਈ ਪਾਰੋ ਜੀ, ਇਸ ਤਰ੍ਹਾਂ ਦੇ ਬੜੇ ਮਹਾਨ ਗੁਰਸਿੱਖ ਜਿਨ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਥਾ ਦਾ ਅੰਮ੍ਰਿਤ ਪੀਤਾ ਹੈ। ਇਉਂ ਕਵਿਰਾਜ ਕਹਿੰਦੇ ਹਨ ਸਿੱਖ ਬੰਦਾਰਕ ਪੀਵਹੀ। ਜਿਹੜੇ ਬੰਦਾਰਕ ਕਹਿੰਦੇ ਦੇਵਤਿਆਂ ਨੂੰ, ਦੇਵਤਿਆਂ ਦੀ ਨਿਆਈ ਸਿੱਖ ਹਨ ਗੁਰੂ ਮਹਾਰਾਜ ਦੇ ਜਸ ਦੀ ਕਥਾ ਰੂਪੀ ਅੰਮ੍ਰਿਤ ਨੂੰ ਪੀਣ ਵਾਲੇ। ਨਿਤ ਹਵੈ ਸਮਤ ਪ੍ਰਕਾਸ਼। ਜਿਸ ਕਥਾ ਦੇ ਸੁਣਨੇ ਕਰਕੇ ਨਿਤਾ ਪ੍ਰਤੀ ਸ੍ਰੇਸ਼ਟ ਮਤ ਦਾ ਪ੍ਰਕਾਸ਼ ਹੁੰਦਾ ਹੈ। ਸ੍ਰੇਸ਼ਟ ਮਤ ਨੂੰ ਬਖਸ਼ਣ ਵਾਲੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੀ ਕਥਾ। ਚੌਪਈ ਵਿੱਚ ਕਰਤਾਰਪੁਰੇ ਜਗਰਾਈ। ਹੁਣ ਕਥਾ ਦੀ ਆਰੰਭਤਾ ਹੋਈ ਹੈ। ਥੋੜੀ ਕਥਾ ਦੀ ਇਹ ਆਪਾਂ ਕਥਾ ਇਹ ਅੱਜ ਜਿਹੜੀ ਇਹ ਕਰਕੇ ਥੋੜੀ ਇਹ ਕਥਾ ਤੇ ਫਿਰ ਸਮਾਪਤੀ ਕਰਾਂਗੇ। ਤੋ ਕਵਿਰਾਜ ਹੁਣ ਕਥਾ ਦੀ ਆਰੰਭਤਾ ਕਰ ਰਹੇ ਹਨ। ਚੌਪਈ ਦੇ ਅੰਦਰ ਫਰਮਾਉਂਦੇ ਹਨ ਵਿੱਚ ਕਰਤਾਰਪੁਰੇ ਜਗਰਾਈ। ਪਹਿਲਾਂ ਆਰੰਭ ਵਿੱਚ ਕਹਿ ਦਿੱਤਾ ਸੀ ਨਾ ਕਿ ਕਿਹੜੀ ਕਿੱਥੋਂ ਆਰੰਭ ਕਰਾਂਗੇ। ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਭਾਈ ਬਾਲਾ ਜੀ ਨਾਲ ਮਿਲਾਪ ਹੁੰਦਾ ਹੈ ਉਹ ਕਥਾ ਆਪਾਂ ਕਹਾਂਗੇ। ਹੁਣ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਜਿਵੇਂ ਗੁਰਿਆਈ ਦਿੱਤੀ ਹੈ ਉਹਦਾ ਜ਼ਿਕਰ ਕਵਿਰਾਜ ਕਰਦੇ ਹੋਏ ਕਥਾ ਦੀ ਆਰੰਭਤਾ ਕਰ ਰਹੇ ਹੈ। ਵਿੱਚ ਕਰਤਾਰਪੁਰੇ ਜਗਰਾਈ। ਜਗਤ ਦੇ ਰਾਜਾ ਸਰੂਪ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ
ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ। ਸ੍ਰੀ ਅੰਗਦ ਕੋ ਦੀਨ ਵਡਾਈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਵਡਿਆਈ ਦਿੱਤੀ ਸੱਚੇ ਪਾਤਸ਼ਾਹ ਜੀ ਨੇ। ਆਪਣੇ ਥਾਵੇਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਠਾਲਣਾ ਕੀਤਾ। ਆਪਨ ਕੀਨ ਸੱਚਖੰਡ ਪਿਆਨਾ। ਆਪ ਹਜੂਰ ਨੇ ਜੋਤੀ ਜੋਤ ਸਮਾਉਣਾ ਕੀਤਾ। ਸੱਚੇ ਪਾਤਸ਼ਾਹ ਜੀ ਆਪ ਸੱਚਖੰਡ ਨੂੰ ਚਾਲਾ ਮਾਰਿਆ। ਜੋਤ ਰੂਪ ਬਿਬ ਤਨ ਪਲਟਾਨਾ। ਜੋਤ ਰੂਪ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣਾ ਦੂਸਰਾ ਤਨ ਸਰੀਰ ਜਿਹੜਾ ਸੀ ਉਹ ਬਦਲ ਲਿਆ। ਜੋਤ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਉਹੋ ਹੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੋਤੀ ਸਰੂਪ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਬਿਬ ਦੂਸਰਾ ਜਿਹੜਾ ਤਨ ਸੀ ਨਾ ਸਰੀਰ, ਇਹ ਮਹਾਰਾਜ ਜੀ ਨੇ ਧਾਰਨ ਕਰ ਲਿਆ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ। ਜਿਉ ਅਦਪਤ ਇੱਕ ਪੋਸ਼ਿਸ਼ ਤਜ ਕੈ। ਕਵਿਰਾਜ ਜੀ ਪ੍ਰਮਾਣ ਦਿੰਦੇ ਆ, ਕਹਿੰਦੇ ਜਿਵੇਂ ਅਦਪਤ ਰਾਜਾ ਹੁੰਦਾ ਨਾ, ਅਧਿਪਤੀ ਰਾਜਾ, ਉਹ ਜਿਵੇਂ ਇੱਕ ਪੁਸ਼ਾਕ ਨੂੰ ਤਜ ਕਰਕੇ ਲਾਹ ਕਰਕੇ ਵੈਸੇ ਸਭਾ ਦੁਤੀਏ ਤਨ ਸਜ ਕੈ ਬੈਠ ਜਾਵੇ ਸਭਾ ਸਥਾਨ ਤੇ ਤਖਤ ਦੇ ਉੱਤੇ ਦੂਸਰੀ ਪੁਸ਼ਾਕ ਪਹਿਨ ਕਰਕੇ। ਤਿਉ ਖਡੂਰ ਮਹਿ ਆਨ ਬਿਰਾਜੇ। ਇਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਰੀਰ ਦੀ ਪੁਸ਼ਾਕ ਪਹਿਨ ਕਰਕੇ ਆਨ ਖਡੂਰੇ ਜੋਤ ਜਗਾਈ। ਸੱਚੇ ਪਾਤਸ਼ਾਹ ਖਡੂਰ ਸਾਹਿਬ ਆ ਕਰਕੇ ਵਸਾਇਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਦੇ ਸਰੀਰ ਦੀ ਪੁਸ਼ਾਕ ਪਹਿਨ ਲਈ ਹੈ। ਆਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆ ਕਰਕੇ ਖਡੂਰ ਸਾਹਿਬ ਨੂੰ ਭਾਗ ਲਾਉਣਾ ਕੀਤੇ। ਜਿਨ ਸਿਮਰਨ ਕਲ ਕਲਮਲ ਭਾਜੇ। ਜਿਨ੍ਹਾਂ ਦੇ ਸਿਮਰਨੇ ਕਰਨੇ ਕਰਕੇ ਧੰਨ ਗੁਰੂ ਅੰਗਦ ਸਾਹਿਬ ਦਾ ਚੇਤੇ ਕਰਨੇ ਕਰਕੇ ਹੀ ਸਾਰੇ ਕਲਯੁਗ ਦੇ ਕਲਮਲ ਜਿਹੜੇ ਪਾਪ ਹਨ ਉਹ ਭੱਜ ਜਾਂਦੇ ਆ, ਨਾਸ਼ ਹੋ ਜਾਂਦੇ ਆ। ਹਜੂਰ ਦਾ ਚੇਤਾ ਹੀ ਏਡਾ ਬਲ ਵਾਲਾ ਹੈ। ਜਿਸ ਨੂੰ ਚੇਤੇ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਨਾਮ ਆਉਂਦਾ ਨਾ, ਗੁਰੂ ਅੰਗਦ ਸਾਹਿਬ ਜੀ ਦਾ ਨਾਮ ਚੇਤੇ ਕਰਦੇ ਪਾਪ ਭੱਜ ਜਾਂਦੇ ਆ। ਦੋਹਰਾ ਤਖਤ ਬੈਠ ਅੰਗਦ ਗੁਰੂ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਗੁਰਿਆਈ ਤਖਤ ਦੇ ਉੱਤੇ ਬੈਠ ਕਰਕੇ ਕੀਨ ਖਡੂਰ ਨਿਵਾਸ। ਖਡੂਰ ਸਾਹਿਬ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਵਾਸ ਕਰਨਾ ਕੀਤਾ। ਨਰਨ ਉਦਾਹਰਨ ਕਾਰਨੇ। ਜੀਆਂ ਦੇ ਉਧਾਰ ਦੇ ਕਾਰਨ ਵਾਸਤੇ ਕਰਤ ਸੋ ਭਗਤ ਪ੍ਰਕਾਸ਼। ਸੱਚੇ ਪਾਤਸ਼ਾਹ ਮਹਾਰਾਜ ਪ੍ਰੇਮਾ ਭਗਤੀ ਦਾ ਹਜੂਰ ਪ੍ਰਕਾਸ਼ ਕਰਦੇ ਐ। ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ ਜਦੋਂ ਉਪਦੇਸ਼ ਦਿੰਦੇ ਐ, ਪ੍ਰੇਮਾ ਭਗਤੀ ਦੀ ਦਾਤ ਨੂੰ ਪਾਉਂਦੇ ਆ ਜੀਵ ਸੁਣਨ ਵਾਲੇ। ਨਿਹਾਲ ਹੋ ਜਾਂਦੇ ਆ ਹਜੂਰ ਦੇ ਮੁਖ ਤੋਂ ਬਚਨ ਸੁਣ ਸੁਣ ਕਰਕੇ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪ੍ਰੇਮਾ ਭਗਤੀ ਦਾ ਪ੍ਰਕਾਸ਼ ਹਜੂਰ ਕਰਦੇ ਐ। ਜੀਆਂ ਦੇ ਕਲਿਆਣ ਵਾਸਤੇ ਸਤਿਗੁਰਾਂ ਜੀ ਨੇ ਖਡੂਰ ਸਾਹਿਬ ਆ ਕਰਕੇ ਆਸਣ ਲਾਉਣਾ ਕੀਤਾ। ਸਵਈਆ ਇੱਕ ਬਾਸੁਰ ਆਸਨ ਡਾਸ ਅਸੀਨ। ਇੱਕ ਦਿਨ ਸੱਚੇ ਪਾਤਸ਼ਾਹ ਜੀ ਤਖਤ ਤੇ ਹਜੂਰ ਸਜੇ ਹੋਏ ਐ। ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਸੋਹਣਾ ਤਖਤ ਡਾਇਆ ਸੇਵਕਾਂ ਨੇ। ਬੜਾ ਸੋਹਣਾ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ। ਇੱਕ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਤਖਤ ਤੇ ਹਜੂਰ ਸਜੇ ਹਨ ਆ ਕਰਕੇ। ਸੋ ਧਿਆਨ ਬਿਖੈ ਗੁਰ ਅੰਗਦ ਹੋਏ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤਖਤ ਤੇ ਬੈਠਿਆਂ ਹੋਏ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਦੇ ਧਿਆਨ ਵਿੱਚ ਮਹਾਰਾਜ ਲੀਨ ਹੋ ਗਏ। ਗੁਰ ਨਾਨਕ ਕੇ ਪਦ ਪੰਕਜ ਲੀਨ। ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲ ਹਨ, ਮਹਾਰਾਜ ਜੀ ਧਿਆਨ ਵਿੱਚ ਹਜੂਰ ਦੇ ਚਰਨਾਂ ਨੂੰ ਟਿਕਾ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਜੂਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਦਰਸ਼ਨ ਕਰ ਰਹੇ ਆ ਆਪਣਾ ਧਿਆਨ ਲਾ ਕਰਕੇ। ਨਿਰੰਤਰ ਹੀ ਮੁਦ ਲੋਚਨ ਕੋਏ। ਸੱਚੇ ਪਾਤਸ਼ਾਹ ਮਹਾਰਾਜ ਦੇ ਇੱਕ ਰਸ ਨੇਤਰ ਬੰਦ ਹਨ। ਗਰੀਬ ਨਵਾਜ ਨੇ ਗੁਰੂਦੇਵ ਦੇ ਚਰਨਾਂ ਦਾ ਧਿਆਨ ਕਰ ਲਿਆ ਏ। ਪੁਨਯੋ ਉਪਜੀ ਔਰ ਬੀਚ ਵਿਚਾਰ। ਫਿਰ ਸਤਿਗੁਰੂ ਜੀ ਦੇ ਹਿਰਦੇ ਦੇ ਅੰਦਰ ਇਸ ਪ੍ਰਕਾਰ ਇਹ ਵਿਚਾਰ ਜਿਹੜੀ ਸੀ ਉਪਜੀ ਪੈਦਾ ਹੋਈ। ਸੋ ਕਿੰਕਰ ਕੇ ਭ੍ਰਮ ਜਾਸ ਬਿਗੋਏ। ਤੇ ਆਪਣੇ ਸੇਵਕਾਂ ਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਵੇਂ ਜਿਹੜੇ ਸੀ ਦੁੱਖ ਦੂਰ ਕੀਤੇ। ਆਪਣੇ ਸੇਵਕਾਂ ਦਾ ਉਧਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਵੇਂ ਕੀਤਾ। ਪਰਮੇਸ਼ਵਰ ਸ੍ਰੀ ਗੁਰੂ ਨਾਨਕ ਸੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੋ ਆਪ ਖੁਦ ਪਰਮੇਸ਼ਰ ਹਨ। ਜਿਨ ਭੇਦ ਨਾ ਮਦ ਤਰੰਗਹਿ ਤੋਏ। ਜਿਵੇਂ ਇਸ ਪ੍ਰਕਾਰ ਪਾਣੀ ਤੇ ਪਾਣੀ ਦੀਆਂ ਤਰੰਗਾਂ ਵਿੱਚ ਕੋਈ ਲਹਿਰਾਂ ਵਿੱਚ ਭੇਦ ਨਹੀਂ ਹੈ ਨਾ, ਇਵੇਂ
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਵਿੱਚ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਸੱਚੇ ਪਾਤਸ਼ਾਹ ਨੇ ਆਪਣੇ ਸੇਵਕਾਂ ਦਾ ਭਲਾ ਜਿਵੇਂ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਆਪਣੇ ਸਿੱਖਾਂ ਦਾ ਉਧਾਰ ਕੀਤਾ ਹੈ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਵਿਚਾਰ ਕਰਨ ਲੱਗ ਗਏ ਆਪਣੇ ਮਨ ਦੇ ਅੰਦਰ। ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਆਪ ਪਰਮੇਸ਼ਰ ਸਰੂਪ ਸਤਿਗੁਰੂ ਜੀ ਇਉਂ ਪਰਮੇਸ਼ਰ ਰੂਪ ਨੇ ਜਿਵੇਂ ਜਲ ਤੇ ਜਲ ਦੀਆਂ ਲਹਿਰਾਂ ਜਲ ਤੋਂ ਵੱਖ ਨਹੀਂ ਹੁੰਦੀਆਂ ਨਾ, ਇਵੇਂ ਸੱਚੇ ਪਾਤਸ਼ਾਹ ਆਪ ਨਿਰੰਕਾਰ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸਵਈਆ ਚਿਤ ਪ੍ਰੀਤ ਕੀ ਰੀਤ ਚਿਤੈ ਨਿਤ ਹੀ। ਇਉਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਿੱਤ ਵਿੱਚ ਪ੍ਰੀਤ ਦੀ ਰੀਤ ਨਾਲ ਨਿਤਾ ਪ੍ਰਤੀ ਇਉਂ ਚੇਤੇ ਕਰਦੇ ਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ। ਤੋ ਸਮਾਂ ਹੁਣ ਇਹ ਜੇ ਸਵਈਏ ਦੀ ਕਥਾ ਕਰਾਂਗੇ ਤੇ ਵੱਧ ਹੋ ਜਾਵੇਗਾ, ਇਸ ਕਰਕੇ ਹੁਣ ਆਪਾਂ ਇਹ ਸਵਈਏ ਤੋਂ ਕੱਲ ਨੂੰ ਅੱਗੇ ਆਰੰਭ ਕਰ ਲਵਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਚਿੱਤ ਦੇ ਅੰਦਰ ਇਹ ਖਿਆਲ ਕੀਤਾ ਹਜੂਰ ਗੁਰੂ ਅੰਗਦ ਸਾਹਿਬ ਜੀ ਨੇ ਕਿ ਜੀਆਂ ਦਾ ਭਲਾ ਕਿਵੇਂ ਹੋਵੇ। ਹਜੂਰ ਨੇ ਇੱਛਾ ਕੀਤੀ ਗੁਰੂ ਨਾਨਕ ਸਾਹਿਬ ਦੇ ਜੀਵਨ ਕੌਤਕ ਜਿਹੜੇ ਉਹ ਲਿਖਵਾਏ ਜਾਣ। ਸੱਚੇ ਪਾਤਸ਼ਾਹ ਮਹਾਰਾਜ ਦੇ ਮਨ ਵਿੱਚ ਇਹ ਖਿਆਲ ਆਇਆ ਹੈ ਕਿ ਹਜੂਰ ਨੇ ਜਿਵੇਂ ਜਿਵੇਂ ਦੇਸ਼ਾਂ ਦਾ ਰਟਨ ਕੀਤਾ ਹੈ, ਜਿਵੇਂ ਜਿਵੇਂ ਸਿੱਖਾਂ ਦੀ ਕਲਿਆਣ ਕੀਤੀ, ਪਾਪੀਆਂ ਦਾ ਭਲਾ ਕੀਤਾ, ਸਤਿਗੁਰੂ ਜੀ ਦੇ ਜੀਵਨ ਦੀਆਂ ਸਾਖੀਆਂ, ਇਹ ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਇਤਿਹਾਸ ਜਿਹੜਾ ਹੈ ਉਹ ਲਿਖਤਬੰਦ ਕਰਨ ਲਈ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਮਨ ਦੇ ਅੰਦਰ ਇਹ ਖਿਆਲ ਆਇਆ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕੋਈ ਇੱਛਾ ਕਰਨ ਤੇ ਉਹ ਫਿਰ ਇੱਛਾਵਾਂ ਕਿਵੇਂ ਸਾਰੇ ਕਾਰਜ ਆਪਣੇ ਆਪ ਹੀ ਸੁਤੇ ਪੂਰਨ ਹੁੰਦੇ ਹੈ, ਉਹ ਕਥਾ ਵਿੱਚ ਕੱਲ ਨੂੰ ਅੱਗੇ ਆਵੇਗਾ। ਜਿਵੇਂ ਪ੍ਰਸੰਗ ਆਵੇਗਾ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਪੁਨਿਓ ਉਪਜੀ ਔਰ ਬੀਚ ਵਿਚਾਰ, ਸੋ ਕਿੰਕਰ ਕੇ ਭ੍ਰਮ ਜਾਸ ਬਿਗੋਏ। ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋ, ਜਿਨ ਭੇਦ ਨਾ ਮਦ ਤਰੰਗਹਿ ਤੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।